अनेक जपन करतवा ज्ञान जीव सक जान ला सब तेरे बस तेरा कर भला तेरे कर नंद गाय तुझ कारी मान मत तेरे अपना आप डाले सर्व कला भरपूर देश जगत का नानक दास दास तुझ आगे विनवता तेरा जी तेरा नाम सत है बोलो सतनाम श्री वाहिगुरु सलो पवन गुरु पाणी पिता माता तरत महत दिसरा दुदाई दाया खिल सगल जगत चंगियाइयां बुराइयां वाचे धर्म दूर कर्मे आपो अपनी के नेड़ा के दूर जिन्हें नाम ते आया गए मशक्कत खान ते मुख उजले गेती छुट्टी ना जिन्हें नाम ते आया गए मशक्कत खान ते मुख उजले गेती छुट्टी सतगुरु जी किरपा कर गाविया सुनिया थाए पाउन मीरी पीरी दे मालक धन गुरु हरगोबिंद पातशाह साहिब जी के पावन पितर प्रकाश दिहाड़े की सर्व संगतां नूं लख लख वधाई होवे। अज पावन हड़ का महीना आरंभ होया है। सर्व संगतां दा नाम जपद्यां जपाउंदियां सत्संग करदियां बतीत होवे भुल चुक दी खेमा फतेह प्रवान। वाहिगुरू जी का खालसा वाहिगुरू जी की फतेह। बाणी गुरु गुरु है बाणी बिच बाणी अमृत सारे गुरबाणी कह सेवक जन्मन पर तख गुरु निस्तारे। आवो सिख सतगुर के प्यारिओ गावो सच्ची बाणी बाणी तांगब गुरु केरी बाणियाँ शिर बाणी जिनका नदर करम होवै हिरदे तिना समाणी। पीवा अमृत सदा रहो हर रंग जपियो सारिंग पाणी। कह नानक सदा गावो एह सच्ची बाणी। मूक उचरा शास्त्र खट पिंग गिरन चढ़ जाए। अंध लखै बदरो सुन जो काल किरपा कराए। कहाँ बुद्ध प्रभ तुच्छ हमारी बरन सकै महिमा जो तुहारी। हम ना सकत कर सिफत तुम्हारी आप लिहो तुम कथा सुधारी। हम ना सकत कर सिफत तुम्हारी आप लिहो तुम कथा सुधारी। सतनाम श्री वाहिगुरु जी। आषाढ़त पंदा तिस लगै हर नाहु ना जिन्ना पास। जग जीवन पुरख त्याग का
ਮਾਨਸ ਸੰਧੀਆਸ ਦੁਐ ਭਾਏ ਵਿਗੁਚੀਐ ਗਲ ਪਈ ਸੋ ਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰੈਣ ਵਿਹਾਣੀ ਪਛੁਤਾਣੀ ਉੱਠ ਚਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗਾ ਜਿਸ ਮਨ ਹਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਸੋ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਸਤਿਕਾਰਯੋਗ ਹਜ਼ੂਰੀ ਰਾਗੀ ਬੰਗਲਾ ਸਾਹਿਬ ਵਾਲੇ ਭਾਈ ਗੁਰਨਾਮ ਸਿੰਘ ਜੀ ਉਹਨਾਂ ਪਾਸੋਂ ਕੀਰਤਨ ਸਰਵਣ ਕੀਤਾ ਹੈ। ਸੋ ਅੱਜ ਹਾੜ ਦੀ ਸੰਗਰਾਂਦ ਦਾ ਦਿਨ ਹੈ। ਅੱਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਤਿੰਨਾਂ ਦਾ ਪ੍ਰਕਾਸ਼ ਦਿਹਾੜਾ ਵੀ ਹੈ। ਸੋ ਇਸੇ ਹੀ ਸੰਬੰਧ ਦੇ ਵਿੱਚ ਪਰਸੋਂ ਤੋਂ ਅਖੰਡ ਪਾਠ ਸਾਹਿਬ ਚੱਲ ਰਹੇ ਨੇ। ਸੋ ਜਿਨ੍ਹਾਂ ਦੇ ਭੋਗ ਥੋੜ੍ਹੀ ਦੇਰ ਬਾਅਦ ਭੋਗ ਦੇ ਸਲੋਕ ਆਰੰਭ ਹੋਣੇ ਨੇ। ਆਓ ਆਪਾਂ ਜੋ ਮਹੀਨੇ ਦਾ ਫਲਾਦੇਸ਼ ਹੈ, ਜੋ ਗੁਰੂ ਸਾਹਿਬ ਜੀ ਨੇ ਮਾਝ ਰਾਗ ਦੇ ਵਿੱਚ ਬਖਸ਼ਿਸ਼ ਕੀਤੀ ਹੈ, ਉਹ ਸਮਝੀਏ ਕਿ ਮਹਾਰਾਜ ਜੀ ਇਸ ਮਹੀਨੇ ਦੁਆਰਾ ਸਾਨੂੰ ਕੀ ਉਪਦੇਸ਼ ਦੇ ਰਹੇ ਨੇ। ਆਸਾੜਤ ਪੰਦਾ ਤਿਸ ਲਗੈ ਹਰ ਨਾਹਨਾ ਜਿਨ੍ਹਾਂ ਪਾਸ। ਹਾੜ ਦਾ ਮਹੀਨਾ ਬੜਾ ਤਪਦਾ। ਜੇਠ ਹਾੜ 2 ਮਹੀਨੇ ਜਿਹੜੇ ਨੇ ਬੜੇ ਤਪਦੇ ਨੇ ਇੰਡੀਆ ਦੇ ਵਿੱਚ। ਪਰ ਤਪਸ਼ ਉਹਨਾਂ ਨੂੰ ਪੈਂਦੀ ਹੈ ਜਿਨ੍ਹਾਂ ਦੇ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਹੈ। ਪਰ ਜਿਹੜੀ ਗੁਰਬਾਣੀ ਹੈ ਸੋ ਇਹ ਤਾਂ ਸਭਨਾਂ ਵਾਸਤੇ ਹੈ ਅਤੇ ਸਾਰੇ ਵਰਲਡ ਦੇ ਵਿੱਚ ਤਿੰਨਾਂ ਪਵਨਾਂ ਦੇ ਵਿੱਚ ਗੁਰਬਾਣੀ ਦਾ ਉਪਦੇਸ਼ ਹੈ। ਖਾਸ ਤੌਰ 'ਤੇ ਇੱਥੇ ਜੋ ਸਮੁੱਚੀ ਲੋਕਾਈ ਹੈ, ਸਾਰੀ ਸ੍ਰਿਸ਼ਟੀ। ਹੁਣ ਹਾੜ ਦਾ ਮਹੀਨਾ ਜਿਹੜਾ ਆ, ਜਿਹੜੇ ਇੱਧਰਲੇ ਮੁਲਕ ਇਹਨਾਂ 'ਚ ਕਿੱਥੇ ਤਪਦਾ ਹੈ? ਇੱਧਰ ਠੰਡ ਹੈ। ਜੇਠ ਹਾੜ ਦੇ ਵਿੱਚ ਕਿੰਨੀ ਕੁ ਤਪਸ਼ ਆ ਕਿਤੇ। ਜੇ ਅਸੀਂ ਬਾਹਰਲੀ ਤਪਸ਼ ਦੀ ਗੱਲ ਕਰੀਏ, ਜਿਹੜੀ ਬਾਹਰ ਦੀ ਤਪਸ਼ ਹੈ ਇਹਦੇ ਤੋਂ ਤਾਂ ਬਚਣ ਦੇ ਬੜੇ ਸਾਧਨ ਹੋ ਜਾਂਦੇ ਨੇ। ਮਨੁੱਖ ਨੇ ਬੜੇ ਸਾਧਨ ਕੀਤੇ ਹੋਏ ਨੇ। ਇੰਡੀਆ ਦੇ ਵਿੱਚ ਵੀ ਦੇਖ ਲਓ, ਜਦੋਂ ਜੇਠ ਹਾੜ ਮਹੀਨਾ ਤਪਦਾ ਅਤੇ ਉਹ ਤਪਸ਼ ਤੋਂ ਬਚਣ ਵਾਸਤੇ ਸੋ ਪੱਖੇ, ਕੂਲਰ, ਏਸੀ ਬੜਾ ਕੁਝ ਹੈ। ਪਰ ਅੱਜ ਜਿਸ ਤਪਸ਼ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਹੈ, ਇਹ ਤਪਸ਼ ਸੂਰਜ ਵਾਲੀ ਨਹੀਂ ਹੈ। ਉਸ ਤਪਸ਼ ਦੀ ਗੱਲ ਨਹੀਂ ਕੀਤੀ ਹੋਈ ਹੈ। ਅਸਾੜ ਸ਼ਬਦ ਜਿਹੜਾ ਆ ਇਹ 2 ਅੱਖਰ ਨੇ। 2 ਅੱਖਰਾਂ ਦਾ ਇੱਕ ਅੱਖਰ ਹੈ। ਆਸਾੜ, ਇਸ ਸ਼ਬਦ ਨੂੰ ਸਮਝਣਾ ਪਵੇਗਾ। ਸੋ
ਆਸ ਤੇ ਆੜ, ਆਸ ਤੇ ਆੜ ਹੈ ਸ਼ਬਦ ਇਹੋ। ਆੜ ਤੋਂ ਭਾਵ ਹੁੰਦਾ ਅੱਧੀ ਕੌਡੀ, ਫੁੱਟੀ ਹੋਈ ਕੌਡੀ। ਜਿੱਦਾਂ ਸੋ ਭਗਤ ਨਾਮਦੇਵ ਜੀ ਦਾ ਸ਼ਬਦ ਆਉਂਦਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਕਹਿੰਦੇ ਮੇਰੀ ਤਾਂ ਕੋਈ ਕੀਮਤ ਹੀ ਨਹੀਂ ਸੀ, ਮੈਂ ਤਾਂ ਅੱਧੀ ਕੌਡੀ ਵੀ ਮੇਰੀ ਕੋਈ ਕੀਮਤ ਨਹੀਂ ਸੀ। ਭਾਵ ਜਿਹੜਾ ਆੜ ਸ਼ਬਦ ਹੈ, ਫੁੱਟੀ ਕੌਡੀ, ਫੁੱਟੀ ਕੌਡੀ ਤੋਂ ਭਾਵ ਹੁੰਦਾ ਮਾਇਆ। ਆੜ ਦਾ ਅਰਥ ਹੁੰਦਾ ਮਾਇਆ। ਆਸ, ਆਸ ਦੀ ਗੱਲ ਆ ਗਈ ਹੁਣ। ਸੋ ਜਿਨ੍ਹਾਂ ਨੇ ਮਾਇਆ ਦੇ ਉੱਤੇ ਆਸ ਲਾਈ ਹੋਈ ਹੁੰਦੀ, ਉਹਦੇ ਵਾਸਤੇ ਸ਼ਬਦ ਬਣਦਾ ਆਸਾੜ। ਆਸਾ, ਆਸ ਕਿਹਦੀ ਆ? ਆੜ ਦੀ, ਮਾਇਆ ਦੀ। ਹੁਣ ਜਿਨ੍ਹਾਂ ਨੇ ਮਾਇਆ ਤੇ ਆਸ ਲਾਈ ਹੋਈ ਹੈ, ਮਹਾਰਾਜ ਕਹਿੰਦੇ ਤਪੰਦਾ ਤਿਸ ਲੱਗਾ ਹੈ। ਕਹਿੰਦੇ ਉਹਦੇ ਵਾਸਤੇ ਤਪਸ਼ ਹੈ। ਹੁਣ ਸੱਚੇ ਪਾਤਸ਼ਾਹ ਕਹਿੰਦੇ ਵੀ ਆਸ ਨਹੀਂ ਲਾਉਣੀ, ਆਸ ਤੋਂ ਆਸ ਖਰਾਬ ਕਰਦੀ ਹੈ। ਆਸ ਨਿਰਾਸ਼ੀ ਤਉ ਸੰਨਿਆਸੀ, ਕਹਿੰਦੇ ਆਸ ਨਾ ਲਾਓ, ਉਹਦੇ ਹੁਕਮ ਦੇ ਵਿੱਚ ਆਓ। ਹੁਣ ਜੇ ਤਾਂ ਮਾਇਆ ਦੀ ਆਸ ਹੈ, ਜੇ ਆਸ ਲਾਉਣੀ ਹੈ ਤੇ ਰੱਬ ਦੀ ਲਾਓ। ਜਿੱਦਾਂ ਭਗਤ ਰਵਿਦਾਸ ਜੀ ਕਹਿੰਦੇ, ਕਹਿ ਰਵਿਦਾਸ ਆਸ ਲੌਗ ਜੀਵੋ ਚਿਰ ਪਿਓ ਦਰਸ਼ਨ ਦੇਖੇ। ਜੇ ਆਸ ਲਾਉਣੀ ਹੈ ਤੇ ਰੱਬ ਦੀ ਲਾਵੋ। ਜੇ ਆਸ ਮਾਇਆ ਦੀ ਲਾਵਾਂਗੇ ਤੇ ਤਪਸ਼ ਹੋਵੇਗੀ, ਜੇ ਆਸ ਰੱਬ ਦੀ ਲਾਵਾਂਗੇ ਤਾਂ ਠੰਡ ਪਵੇਗੀ। ਹੁਣ ਇੱਥੇ ਆੜ, ਆਸ ਕਿਹਦੀ ਆ? ਮਾਇਆ ਦੀ। ਉੱਥੇ ਤਪੰਦਾ ਤਾਂ ਲੱਗਣਾ ਹੀ ਹੈ। ਆ ਜਿਹੜੇ ਕਾਮ, ਕ੍ਰੋਧ, ਲੋਭ, ਹੰਕਾਰ ਨੇ, ਮਾਇਆ ਦੇ 5 ਪੁੱਤ ਨੇ ਨਾ। ਕਬੀਰ ਸਾਹਿਬ ਜੀ ਕਹਿੰਦੇ, ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ, ਪੰਚੋਂ ਲੜਕਾ ਜਾਰ ਕੇ ਰਹੇ ਰਾਮ ਲਿਵ ਲਾਗ। ਜਿੰਨਾ ਚਿਕਰ ਤੂੰ ਆਪਣੇ ਘਰ ਵਿੱਚ ਅੱਗ ਲਾ ਕੇ ਇਹਨਾਂ 5 ਨੂੰ, ਮਾਇਆ ਦੇ ਪੁੱਤਾਂ ਨੂੰ ਸਾੜ ਨਹੀਂ ਲੈਂਦਾ ਹੈ, ਉਹਨਾਂ ਚਿਕਰ ਤੇਰੀ ਗੱਲ ਨਹੀਂ ਬਣਨੀ ਹੈ। ਇਸ ਕਰਕੇ ਇਹ ਮਾਇਆ ਦੀ ਆਸ ਨਹੀਂ ਲਾਉਣੀ ਹੈ। ਰੱਬ ਦੇ ਨਾਮ ਤੋਂ ਬਿਨਾਂ ਸਭ ਕੁਝ ਮਾਇਆ। ਸੰਸਾਰ ਦੀ ਆਸ ਨਹੀਂ ਲਾਉਣੀ। ਲੰਬਾ ਸਮਾਂ ਜੀਣ ਦੀ ਆਸ, ਹਾਂਜੀ, ਬਹੁਤੇ ਧਨ ਦੀ ਆਸ, ਉੱਚੇ ਅਹੁਦੇ ਦੀ ਆਸ, ਸੋ ਹੋਰ ਬੜੀਆਂ ਬੜੀਆਂ ਆਸਾਂ ਪਾਲ ਕੇ ਰੱਖਦਾ ਬੰਦਾ, ਉਹ ਫਿਰ ਤਪਸ਼ ਬਣਦੀ ਹੈ। ਉਹਦੀ ਤਪਸ਼ ਬਣਨੀ ਹੀ ਬਣਨੀ। ਹੁਣ ਆਸ ਨਹੀਂ ਪੂਰੀ ਹੁੰਦੀ ਤਾਂ ਤਪਸ਼ ਹੀ ਬਣਦੀ। ਬੰਦੇ ਨੇ ਸੋਚਿਆ ਕੁਝ ਸੀ, ਹੋ ਕੁਝ ਜਾਂਦਾ। ਨਰ ਚਾਹਤ ਕਿਛ ਔਰ ਹੈ ਕੀ ਔਰ ਹੈ ਪਈ, ਅਤੇ ਤਪਸ਼ ਕਿਉਂ ਨਹੀਂ ਬਣੇਗੀ? ਵੀ ਇਹ ਕੀ ਬਣ ਗਿਆ? ਹੌਕੇ ਲੈਂਦੇ ਨੇ। ਇਸ ਆਸ ਪੂਰੀ ਨਹੀਂ ਹੋਈ। ਜੇ ਤਾਂ ਗੁਰਬਾਣੀ ਦਾ ਗਿਆਨ ਹੈ ਫਿਰ ਤਾਂ ਬੰਦਾ ਸੰਭਲ ਜਾਂਦਾ। ਚਲੋ ਜੇ ਮੈਨੂੰ ਗਿਆਨ ਨਹੀਂ ਅਤੇ ਮੇਰੇ ਸੰਗੀ ਸਾਥੀ ਨੂੰ ਕਿਤੇ ਗਿਆਨ ਹੋਵੇ ਅਤੇ ਉਹ ਮੈਨੂੰ ਸਮਝਾ ਦਿੰਦਾ, ਬਾਣੀ ਸ਼ਬਦ ਸਮਝਾ ਦਿੰਦਾ ਸਾਨੂੰ। ਜੇ ਬਾਣੀ ਦਾ ਗਿਆਨ ਨਹੀਂ, ਪਾਗਲ ਹੋ ਜਾਂਦੇ ਨੇ, ਸੁਸਾਈਡ ਕਰ ਲੈਂਦੇ ਨੇ। ਆਸ ਨਹੀਂ ਪੂਰੀ ਹੋਈ, ਮੈਂ ਸੋਚਿਆ ਸੀ ਇੱਦਾਂ ਕਰਨਾ, ਇੱਦਾਂ ਕਿਉਂ ਨਹੀਂ ਹੋਇਆ? ਸੋ ਇੱਦਾਂ ਦਾ ਸਿਸਟਮ ਸੰਸਾਰ ਦੇ ਵਿੱਚ ਬੜਾ ਚੱਲਦਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ, ਭਾਈ ਮਾਇਆ ਦੀ ਆਸ, ਸੰਸਾਰ ਦੀ ਆਸ ਬਿਲਕੁਲ ਨਹੀਂ ਲਾਉਣੀ। ਜੇ ਲਾਵੋਗੇ ਤੇ ਤਪਸ਼ ਪਵੇਗੀ। ਆਸਾੜ ਤਪੰਦਾ ਤਿਸ ਲੱਗਾ। ਅੱਛਾ, ਜੇ ਹੁਣ ਆਸ ਲੱਗੀ ਵੀ ਹੈ ਤੇ ਫਿਰ ਉਹ ਨਾਮ ਚਾਹੀਦਾ ਕੋਲ, ਬਾਣੀ ਦਾ ਗਿਆਨ ਚਾਹੀਦਾ। ਨਾਮ ਕੀ ਆ? ਬ੍ਰਹਮ ਗਿਆਨ। ਹੁਣ ਜੇ ਤਾਂ ਬ੍ਰਹਮ ਗਿਆਨ ਕੋਲ ਹੈ ਫਿਰ ਤਾਂ ਅਸੀਂ ਆਪਣੇ ਆਪ ਨੂੰ ਸਮਝਾ ਲਵਾਂਗੇ। ਫਿਰ ਤਾਂ ਚਲੋ ਕੋਈ ਗੱਲਬਾਤ ਹੋ ਗਈ, ਮੈਂ ਸੋਚਿਆ ਕੁਝ ਹੋਰ ਸੀ, ਉਹ ਕੁਝ ਹੋਰ ਗਿਆ, ਅਤੇ ਸ਼ਬਦ ਲਿਆ, ਸ਼ਬਦ ਨੇ ਮੈਨੂੰ ਸੋਝੀ ਦੇ ਦਿੱਤੀ। ਫਿਰ ਬੰਦਾ ਟੈਨਸ਼ਨ ਵਿੱਚ ਨਹੀਂ ਪੈਂਦਾ। ਜੇ ਸ਼ਬਦ ਹੀ ਹੈ ਨਹੀਂ ਗੁਰੂ ਦਾ ਕੋਲ ਤਾਂ ਇੱਕਦਮ ਟੈਨਸ਼ਨ ਵਿੱਚ ਪੈ ਗਿਆ, ਬਣ ਕੀ ਗਿਆ ਕਹਿਣਾ। ਤਪੰਦਾ ਤਿਸ ਲੱਗਾ ਹਰ ਨਾਹ। ਨਾਹ ਕਿਹਨੂੰ ਕਿਹਾ ਜਾਂਦਾ? ਨਾਹ ਪਤੀ ਨੂੰ ਕਿਹਾ ਜਾਂਦਾ। ਜਿਨ੍ਹਾਂ ਦੇ ਕੋਲ ਪਰਮਾਤਮਾ ਪਰਮੇਸ਼ਰ ਦਾ ਨਾਮ ਨਹੀਂ ਹੈ, ਉਹਨਾਂ ਨੂੰ ਇਹ ਮਾਇਆ ਜਿਹੜੀ ਹੈ ਇਹ ਤੰਗ ਕਰਦੀ ਹੈ। ਜਿਨ੍ਹਾਂ ਦੇ ਕੋਲ ਰੱਬ ਦਾ ਨਾਮ ਨਹੀਂ ਹੈ, ਉਹਨਾਂ ਨੂੰ ਮਾਇਆ ਦੇ ਦੁੱਖ, ਮਾਇਆ ਦੇ ਸੁੱਖ ਉਹ ਤੰਗ ਕਰਦੇ ਨੇ। ਇਹ ਨਹੀਂ ਇਕੱਲੇ ਮਾਇਆ ਦਾ ਦੁੱਖ ਹੀ, ਗਰੀਬੀ ਹੀ ਤੰਗ ਕਰਦੀ, ਮਾਇਆ ਦੇ ਸੁੱਖ ਵੀ ਬਹੁਤ ਤੰਗ ਕਰਦੇ ਨੇ। ਮਾਇਆ ਦਾ ਸੁੱਖ ਵੀ ਇਹਨੂੰ ਬਹੁਤ ਡਰਾਉਂਦਾ ਹੈ। ਸੋ ਇਹ ਤਪਸ਼ ਹੈ ਸਾਰੀ। ਅੱਜ ਜਿਹੜੀ ਬਹੁਤੀ ਅਮੀਰੀ ਹੈ ਨਾ, ਮਤਾ ਖਿਆਲ ਕਰੇ ਵੀ ਸੁੱਖ ਹੈ, ਨਹੀਂ, ਇਹ ਤਾਂ ਬੜੀ ਵੱਡੀ ਤਪਸ਼ ਹੈ। ਜੇ ਨਾਮ ਨਹੀਂ ਆ ਕੋਲ ਤਾਂ ਇਹ ਬਹੁਤ ਤਪਾਉਂਦੇ ਰਹੇ ਸਾਨੂੰ। ਹਾਂ, ਜੇ ਮਾਇਆ ਦੇ ਹੰਕਾਰ ਦੇ ਵਿੱਚ ਆ ਕੇ ਦੂਜਿਆਂ 'ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿਓ, ਮੇਰੀ ਗੱਲ ਨਹੀਂ ਮੰਨਦਾ ਕਹਿਣਾ ਜ਼ੁਲਮ ਹੈ।
ਜਦੋਂ ਅਸੀਂ ਠੋਸਦੇ ਹਾਂ ਕਿਸੇ ਤੇ ਆਪਣੀ ਗੱਲ, ਉਹ ਜ਼ੁਲਮ ਹੈ, ਉਹ ਜ਼ੁਲਮ ਹੈ। ਉਹ ਫਿਰ ਤਪਦਾ, ਪਹਿਲੋਂ ਆਪ ਤਪਿਆ, ਬਾਅਦ 'ਚ ਦੂਜਿਆਂ ਨੂੰ ਤਪਾਇਆ। ਕਿਉਂ ਤਪਿਆ? ਕਿਉਂਕਿ ਉਹਦੇ ਕੋਲ ਰੱਬੀ ਗਿਆਨ ਹੀ ਨਹੀਂ ਹੈ। ਜੇ ਰੱਬੀ ਗਿਆਨ ਹੁੰਦਾ ਤਾਂ ਨਹੀਂ ਸੀ ਤਪਣਾ। ਠੀਕ ਹੈ ਵੀ ਇਹ ਰੱਬ ਦਾ ਹੁਕਮ ਹੀ ਐਸਾ ਹੋਵੇਗਾ, ਆਪਣੀ ਗੱਲ ਉਹ ਥੋਪਦਾ ਜਿਸ ਦੇ ਕੋਲ ਰੱਬੀ ਗਿਆਨ ਨਹੀਂ ਹੈ। ਜਿਸ ਦੇ ਕੋਲ ਰੱਬੀ ਗਿਆਨ ਹੈ ਉਹ ਕਦੀ ਆਪਣੀ ਗੱਲ ਦੂਜੇ 'ਤੇ ਨਹੀਂ ਥੋਪਦਾ। ਉਹ ਸੁੱਕੇ ਭਾਣੇ ਦੇ ਵਿੱਚ ਆਉਂਦਾ, ਪਰ ਬਿਰਲੇ ਆਉਂਦੇ ਨੇ। ਤਦੇ ਮਹਾਰਾਜ ਕਹਿੰਦੇ ਭਾਣੇ ਵਿੱਚ ਕੋਈ ਬਿਰਲਾ ਆਵੇ। ਹੁਣ ਪ੍ਰਿਥੀ ਚੰਦ ਸੀਗਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਸੇ ਪ੍ਰਿਥੀ ਚੰਦ ਦੇ ਤਾਂ ਹਮੇਸ਼ਾ ਹੀ ਹਾੜ ਦਾ ਮਹੀਨਾ ਬਣਿਆ ਰਿਹਾ। ਸਾਹਿਬਜ਼ਾਦਾ ਜੀ ਦਾ ਜਨਮ ਹੋਇਆ, ਕੋਈ ਖੁਸ਼ੀ ਨਹੀਂ। ਸਕਾ ਤਾਇਆ ਆ ਅਤੇ ਕਿੱਦਾਂ ਅੰਦਰੋਂ ਤੜਫਦਾ ਪਿਆ, ਸੜਦਾ ਭੁੱਜਦਾ ਪਿਆ। ਬਾਕੀ ਸਾਰੇ ਖੁਸ਼ ਨੇ, ਖੁਸ਼ੀਆਂ ਮਨਾ ਰਹੇ ਨੇ। ਅਤੇ ਇਹ ਤਪਦਾ ਕਿਉਂਕਿ ਉਹਦੀ ਆਸ ਇਹ ਸੀਗੀ ਕਿ ਅਰਜਨ ਦੇਵ ਦੇ ਘਰ ਪੁੱਤਰ ਨਹੀਂ ਹੋਣਾ। ਉਹਦੀ ਆਸ ਇਹ ਸੀ, ਉਹ ਆਸ ਇਹ ਲਾ ਕੇ ਬੈਠਾ ਹੋਇਆ ਸੀਗਾ, ਅਤੇ ਕੰਮ ਉਲਟ ਹੋ ਗਿਆ। ਸਾਹਿਬਜ਼ਾਦੇ ਦਾ ਜਨਮ ਹੋ ਗਿਆ, ਫਿਰ ਤਪਿਆ। ਔਰ ਸਾਰੀ ਜ਼ਿੰਦਗੀ ਪ੍ਰਿਥੀ ਚੰਦ ਤਪਦਾ ਰਿਹਾ, ਸਾਰੀ ਜ਼ਿੰਦਗੀ ਉਹ ਤਪਦਾ ਤਪਦਾ ਹੀ ਬਸ ਮੌਤ ਨੂੰ ਪ੍ਰਾਪਤ ਹੋ ਗਿਆ ਸੀਗਾ। ਆ ਸਾੜ ਤਪੰਦਾ ਤਿਸ ਲੱਗੈ, ਹਰ ਨਾਹ ਨ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਅੱਛਾ ਵੀ ਹੋਰ ਕਿਹਨੂੰ ਤਪਦਾ? ਹੋਰ ਕੌਣ ਤਪਦਾ? ਕਹਿੰਦੇ ਜਦੋਂ ਇਹ ਜਗ ਜੀਵਨ ਪੁਰਖ ਨੂੰ ਤਿਆਗਦਾ। ਜੇ ਚਲੋ ਤੇਰੀ ਇੱਛਾ ਦੇ ਮੁਤਾਬਕ ਕੋਈ ਕੰਮ ਨਹੀਂ ਹੋਇਆ, ਤੇਰੇ ਨਾਲ ਅਨਿਆਏ ਹੋ ਗਿਆ, ਧੱਕਾ ਹੋ ਗਿਆ, ਜ਼ੁਲਮ ਹੋ ਗਿਆ, ਤੇਰੇ 'ਤੇ ਕਿਸੇ ਨੇ ਜ਼ੋਰ ਕਰ ਦਿੱਤਾ, ਫਿਰ ਤੂੰ ਰੱਬ ਨੂੰ ਕਿਉਂ ਛੱਡਿਆ? ਰੱਬ ਨਹੀਂ ਛੱਡੀਦਾ ਹੁੰਦਾ। ਮਹਾਰਾਜ ਨੇ ਬਚਨ ਕੀਤੇ ਹੋਏ ਨੇ, ਕਹਿੰਦੇ ਨਾ ਜਨਤਾ ਕੈ ਵਸ ਕਿਛ ਨਹੀਂ। ਮਹਾਰਾਜ ਦੇ ਬਚਨ ਹੈ ਸੱਚੇ ਪਾਤਸ਼ਾਹ ਜੀ ਦੇ। ਨਾਲੇ ਮਹਾਰਾਜ ਨੇ ਕਹਿਤਾ ਸਭਨੀ ਛਾਲਾਂ ਮਾਰੀਆਂ ਕਰਤਾ ਕਰਿਸ ਹੋਏ। ਹੈਂ, ਇਨਸਾਨ ਤਾਂ ਛਾਲ ਹੀ ਮਾਰ ਸਕਦਾ। ਹੁਣ ਛਾਲ ਕਿਸੇ ਦੀ ਛੋਟੀ ਹੁੰਦੀ, ਕਿਸੇ ਦੀ ਵੱਡੀ ਹੁੰਦੀ ਹੈ। ਵੀ ਜਿਹਦੇ ਕੋਲ ਥੋੜ੍ਹੀ ਤਾਕਤ ਹੈ ਲੰਬੀ ਛਾਲ ਮਾਰ ਜਾਂਦਾ, ਜਿਹ 'ਚ ਤਾਕਤ ਨਹੀਂ ਹੈ ਛੋਟੀ ਛਾਲ ਮਾਰ ਦਿੰਦਾ। ਪਰ ਛਾਲਾਂ ਮਾਰਨ ਦੇ ਨਾਲ ਸਮਾਂ ਨਹੀਂ ਬਦਲਿਆ ਜਾ ਸਕਦਾ। ਛਾਲਾਂ ਮਾਰਨ ਦੇ ਨਾਲ ਰੱਬੀ ਕਾਨੂੰਨ ਨਹੀਂ ਬਦਲਿਆ ਜਾ ਸਕਦਾ। ਕਰਤਾ ਕਰੇ ਸੋ ਹੋਏ, ਇਹ ਗਿਆਨ ਚਾਹੀਦਾ। ਇਸ ਕਰਕੇ ਭਾਈ ਜੇ ਕੋਈ ਇਹੋ ਜਿਹੇ ਹਾਲਾਤ ਬਣ ਜਾਂਦੇ, ਤੂੰ ਤਪਦਾ ਪਿਆ, ਤੈਨੂੰ ਕੋਈ ਤਪਾਉਂਦਾ ਪਿਆ, ਉਸ ਵੇਲਾ ਕਹਿੰਦੇ ਤੂੰ ਜਗਜੀਵਨ ਪੁਰਖ ਨੂੰ ਤਿਆਗ ਕੇ ਕਿਸੇ ਬੰਦੇ ਦੇ ਪਿੱਛੇ ਨਾ ਦੌੜ, ਰੱਬ ਨੂੰ ਨਾ ਛੱਡ, ਬੰਦੇ ਪਿੱਛੇ ਨਾ ਜਾ। ਬੰਦਾ ਕੁਝ ਨਹੀਂ ਕਰ ਸਕਦਾ, ਬੰਦੇ ਦੇ ਹੱਥ ਹੀ ਕੁਝ ਨਹੀਂ ਹੈ। ਮਹਾਰਾਜ ਕਹਿੰਦੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੈ, ਹੈ ਕਿਸੇ ਦੇ ਹੱਥ। ਹੁਣ ਮਾਂ ਅਤੇ ਪੁੱਤ ਦਾ ਰਿਸ਼ਤਾ ਹੈ। ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਪਰ ਉਹਦੀ ਕਿਸਮਤ ਨਹੀਂ ਲਿਖ ਸਕਦੀ। ਹੁਣ ਜੇ ਮਾਂ ਬੱਚੇ ਦੀ ਕਿਸਮਤ ਲਿਖ ਸਕਦੀ ਹੋਵੇ ਤਾਂ ਭਾਈ ਉਹਦੀ ਜ਼ਿੰਦਗੀ 'ਚ ਕਦੀ ਦੁੱਖ ਲਿਖੇ ਹੀ ਨਾ। ਅਗਰ ਜੋ ਲਿਖ ਸਕਦੀ ਹੋਵੇ, ਜਦ ਜਨਮ ਦੇਣੇ ਵਾਲੀ ਮਾਤਾ ਬੱਚੇ ਦੀ ਕਿਸਮਤ ਨਹੀਂ ਲਿਖ ਸਕਦੀ, ਅਤੇ ਭਾਈ ਜਿਨ੍ਹਾਂ ਦੇ ਮਗਰ ਤੂੰ ਭੱਜਿਆ ਫਿਰਦਾ ਵੀ ਮੇਰਾ ਮਸਲਾ ਹੱਲ ਕਰ ਦਿਓ, ਇਹਨੂੰ ਫੜ ਲਵਾਂ, ਇਹਨੂੰ ਕਹਿ ਦੇਵਾਂ, ਸੋ ਇਹਦੇ ਨਾਲ ਤਪਸ਼ ਹੋਰ ਵੱਧਦੀ ਆ, ਪੱਲੇ ਕੁਝ ਨਹੀਂ ਪੈਂਦਾ। ਤਪਸ਼ ਹੋਰ ਵਧੇਗੀ, ਪੱਲੇ ਨਹੀਂ ਕੁਝ ਪੈਂਦਾ ਹੁੰਦਾ। ਅਤੇ ਜਿਨ੍ਹਾਂ ਦੇ ਪਿੱਛੇ ਭੱਜਦਾ ਭਾਈ ਉਹਨਾਂ ਦੇ ਪੱਲੇ ਕੱਖ ਨਹੀਂ ਹੈਗਾ। ਸੋ ਉਹ ਤਾਂ ਥੋੜ੍ਹੇ ਚਿਰ ਵਾਸਤੇ ਕੋਈ ਜ਼ਿੰਮੇਵਾਰੀਆਂ ਰੱਬ ਨੇ ਦਿੱਤੀਆਂ ਹੁੰਦੀਆਂ, ਪੱਲੇ ਕੱਖ ਨਹੀਂ ਹੈ। ਪੱਲੇ ਕਿਸੇ ਦੇ ਕੁਝ ਨਹੀਂ, ਕਿਸੇ ਦੇ ਪੱਲੇ ਰੱਖਿਆ ਹੀ ਕੱਖ ਨਹੀਂ, ਕਿਸੇ ਦੇ ਹੱਥ ਰੱਖਿਆ ਹੀ ਕੱਖ ਨਹੀਂ। ਉਸਨੇ ਸਭ ਕੁਛ ਉਸ ਦੇ ਹੱਥ ਦੇ ਵਿੱਚ ਹੈ, ਉਹਦੇ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣ, ਜਿਉਂ ਭਾਵੈ ਤਿਉਂ ਰਾਖ ਲੈ। ਜਿੱਦਾਂ ਉਹਨੂੰ ਚੰਗਾ ਲੱਗਦਾ ਉੱਦਾਂ ਸਾਨੂੰ ਰੱਖਦਾ ਹੈ, ਉੱਦਾਂ ਹੀ ਰੱਖਦਾ। ਹੁਣ ਜਿਹੜਾ ਤਾਂ ਸ਼ਰਨ ਵਿੱਚ ਆ ਜਾਊਗਾ ਉਹ ਇਸ ਗੱਲ ਨੂੰ ਸਮਝੂ, ਜਿਹੜਾ ਸ਼ਰਨ ਵਿੱਚ ਨਹੀਂ ਆਊਗਾ ਉਹ ਬਿਲਕੂਗਾ ਵੀ ਇਹ ਕੀ ਹੋ ਗਿਆ ਮੇਰੇ ਨਾਲ, ਇਹ ਕੀ ਹੋ ਗਿਆ। ਸੋ ਇਹ ਮਾਨਸ ਸੰਧੀ ਆਸ ਨਹੀਂ ਕਰਨੀ, ਬੰਦੇ ਦੀ ਕਦੀ ਆਸ ਨਹੀਂ ਕਰਨੀ। ਮਾਨਸ ਸੰਧੀ ਆਸ, ਜੇ ਮੈਂ ਜਗਜੀਵਨ ਪੁਰਖ ਤਿਆਗ ਦਿੱਤਾ, ਜਿਹੜਾ ਮੈਨੂੰ ਸਾਹ ਦਿੰਦਾ, ਜਿਸ ਨੇ ਮੈਨੂੰ ਸਰੀਰ ਦਿੱਤਾ ਹੋਇਆ, ਜੇ ਉਹਨੂੰ ਛੱਡ ਕੇ ਅਤੇ ਮੈਂ ਕਿਸੇ ਬੰਦੇ ਦੇ ਮਗਰ ਭੱਜਾਂਗਾ ਅਤੇ ਮੈਂ ਤਪਾਂਗਾ ਜੀ।
ਫੇ ਮੈਂ ਤਪਾਂਗਾ, ਕਹਿੰਦੇ ਫੇ ਤਪੇਗਾ। ਦੁਆ ਭਾਏ ਵਿਗੁਚੀਐ, ਗੱਲ ਪਈ ਸੋ ਜਮ ਕੀ ਫਾਸ। ਦੁਆ ਇੱਕ ਕੀ ਆ? ਇੱਕ ਤਾਂ ਰੱਬ ਹੈ। ਦੂਜਾ ਕੀ ਆ? ਦੂਜਾ ਮਾਇਆ। ਦੂਜਾ ਤਾਂ ਮਾਇਆ ਹੀ ਹੈ ਸਾਰੀ। ਹੁਣ ਦੁਆ ਭਾਏ, ਮਾਇਆ ਦੀ ਭੁੱਖ। ਭਾਏ ਭੁੱਖ ਨੂੰ ਕਿਹਾ ਜਾਂਦਾ, ਭਾਏ ਪਿਆਰ ਨੂੰ ਵੀ ਕਿਹਾ ਜਾਂਦਾ। ਸੋ ਮਾਇਆ ਦੀ ਭੁੱਖ ਜਿਹੜੀ ਹੈ ਇਹਦੀ ਕਦੀ ਖਤਮ ਨਹੀਂ ਹੁੰਦੀ। ਇਸ ਸੰਸਾਰ ਦੇ ਵਿੱਚ ਇਕੱਲਾ ਆ ਜਿਹੜੇ ਡਾਲਰ, ਇਹਨੂੰ ਮਾਇਆ ਨਹੀਂ ਕਿਹਾ ਹੋਇਆ। ਆ ਜੋ ਕੁਝ ਵੀ ਅਸੀਂ ਆਕਾਰ ਵੇਖਦੇ ਹਾਂ ਮਾਇਆ। ਮੇਰਾ ਸਰੀਰ ਮਾਇਆ, ਮੇਰੇ ਸਰੀਰ ਤੋਂ ਜੋ ਸੰਬੰਧ ਬਣ ਗਏ ਨੇ, ਪਤੀ ਪਤਨੀ, ਧੀਆਂ ਪੁੱਤਰ, ਮਾਇਆ। ਦੁੱਖ ਵੀ ਮਾਇਆ ਤੇ ਸੁੱਖ ਵੀ ਮਾਇਆ। ਆਪਣੇ ਸੁੱਖਾਂ ਦੇ ਨਾਲ ਪਿਆਰ, ਉੱਧਰੋਂ ਦੂਸਰੇ ਦੇ ਦੁੱਖਾਂ ਦੇ ਨਾਲ ਪਿਆਰ। ਇੱਦਾਂ ਦੇ ਹਾਲਾਤ ਬਣੇ ਪਏ ਨੇ। ਮੈਨੂੰ ਆਪਣਾ ਸੁੱਖ ਚੰਗਾ ਲੱਗਦਾ, ਦੂਸਰੇ ਦਾ ਦੁੱਖ ਚੰਗਾ ਲੱਗਦਾ। ਇੱਦਾਂ ਦੇ ਹਾਲਾਤ ਬਣ ਗਏ ਨੇ। ਇਹ ਹੈਗੀ ਮਾਇਆ ਹੀ ਹੈ, ਇਹ ਮਾਇਆ ਹੈ। ਦੁੱਖ ਵੀ ਮਾਇਆ, ਸੁੱਖ ਵੀ ਮਾਇਆ। ਆਪਣਾ ਸੁੱਖ ਇਹ ਵੀ ਮਾਇਆ, ਦੂਸਰੇ ਦਾ ਦੁੱਖ ਇਹ ਵੀ ਮਾਇਆ। ਇਹ ਅੱਖਾਂ ਦਾ ਭੁਲੇਖਾ ਹੀ ਹੈ, ਕੁਝ ਨਹੀਂ ਹੁੰਦਾ, ਕੁਝ ਨਹੀਂ। ਉਹ ਸਮਾਂ ਹੁੰਦਾ, ਸਮਾਂ ਨਿਕਲ ਜਾਂਦਾ ਹੁੰਦਾ ਹੈ। ਅਤੇ ਜੇ ਮੈਂ ਦੁੱਖ ਦੇ ਵਿੱਚ ਰੁੜ ਗਿਆ, ਦੁਖੀ ਹੋ ਗਿਆ, ਅਤੇ ਫਿਰ ਮੈਂ ਤਪਾਂਗਾ, ਫਿਰ ਤਾਂ ਰੁੜ ਗਿਆ ਨਾ। ਸੱਚੇ ਪਾਤਸ਼ਾਹ ਕਹਿੰਦੇ ਝੱਖੜ ਵਾਓ ਨਾ ਡੋਲੀ, ਪਰਬਤ ਮੇਰਾਣ। ਸਮੇਰ ਪਰਬਤ ਨੂੰ ਤੱਕੋ, ਕਿੰਨੇ ਤੂਫਾਨ ਆਉਂਦੇ ਨੇ, ਕਿੰਨੇ ਝੱਖੜ ਆਉਂਦੇ ਨੇ, ਕਦੀ ਉਹ ਡੋਲਦਾ ਨਹੀਂ? ਡੋਲਦਾ। ਕਹਿੰਦੇ ਉਹ ਜਿਹੜੀਆਂ ਹਵਾਵਾਂ, ਤੇਜ਼ ਹਵਾਵਾਂ ਆਪਣਾ ਜ਼ੋਰ ਲਾ ਲਾ ਕੇ ਹਟ ਜਾਂਦੀਆਂ। ਸੋ ਇਹ ਤਦ ਸੰਭਵ ਹੈ ਜੇ ਅਸੀਂ ਜਗਜੀਵਨ ਪੁਰਖ ਨੂੰ ਨਹੀਂ ਤਿਆਗਾਂਗੇ। ਜੇ ਇਸ ਨੂੰ ਤਿਆਗ ਦਿੱਤਾ ਫਿਰ ਕੀ ਹੋਣਾ? ਫਿਰ ਸੋ ਜਿਹੜਾ ਦੁਆ ਭਾਏ ਹੈ ਨਾ, ਮਾਇਆ ਦੇ ਵਿੱਚ ਅਸੀਂ ਪ੍ਰਵਿਰਤ ਹੋਵਾਂਗੇ। ਵਿਗੁਚੀ ਹੈ, ਜਿਹੜਾ ਮਾਇਆ ਵਿੱਚ ਪ੍ਰਵਿਰਤ ਹੋ ਗਿਆ, ਜਿਹੜਾ ਦੁੱਖ ਸੁੱਖ ਵਿੱਚ ਪ੍ਰਵਿਰਤ ਹੋ ਗਿਆ, ਜਿਹੜਾ ਮਾਨ ਅਪਮਾਨ ਵਿੱਚ ਪ੍ਰਵਿਰਤ ਹੋ ਗਿਆ, ਉਹ ਕੀ ਆ? ਮਾਇਆ। ਉਹਦੇ ਵਿੱਚ ਸਾਨੂੰ ਮਿਲਣਾ ਕੀ? ਕਹਿੰਦੇ ਵਿਗੁਚੀ ਹੈ। ਵਿਗੁਚੀਆ ਦਾ ਕੀ ਅਰਥ ਹੁੰਦਾ? ਖਰਾਬ ਹੁੰਦਾ। ਉਹ 'ਚ ਖਰਾਬੀ ਹੈ, ਉਹ 'ਚ ਪੱਲੇ ਕੁਝ ਨਹੀਂ ਪੈਂਦਾ। ਤੂੰ ਤਨ ਕਰਕੇ ਵੀ ਰੋਗੀ ਹੋਵੇਂਗਾ, ਮਨ ਕਰਕੇ ਵੀ ਰੋਗੀ ਹੋਵੇਗਾ। ਤਨ ਅਤੇ ਮਾਨਸਿਕ ਰੋਗ ਦੇ ਲੋਕ ਸ਼ਿਕਾਰ ਹੋ ਜਾਂਦੇ ਨੇ। ਗੱਲ ਪਈ ਸੋ ਜਮ ਕੀ ਫਾਸ। ਹੋਇਆ ਕੀ? ਆ ਜਿਹੜਾ ਮਨੁੱਖਾ ਸਮਾਂ ਮਿਲਿਆ ਸੀ ਮੈਨੂੰ, ਇਹ ਤਾਂ ਮਿਲਿਆ ਸੀ ਬੰਦਗੀ ਵਾਸਤੇ। ਨਾਮ ਜਪ, ਬਾਣੀ ਪੜ੍ਹ, ਸਿਮਰਨ ਕਰ, ਆਇਓ ਸੁਣ ਪੜ੍ਹਨ ਕੋ ਬਾਣੀ। ਅਤੇ ਸਮਾਂ ਕਿੱਦਾਂ ਖਰਾਬ ਕਰ ਲਿਆ? ਸਮਾਂ ਦੁੱਖਾਂ ਸੁੱਖਾਂ 'ਚ ਹੀ ਖਰਾਬ ਕਰ ਲਿਆ, ਨਿੰਦਿਆ ਚੁਗਲੀ 'ਚ ਹੀ ਖਰਾਬ ਕਰ ਲਿਆ, ਆਪਣੀ ਹੈਂਕੜ ਵਿੱਚ ਹੀ ਸਮਾਂ ਸਾਰਾ ਖਰਾਬ ਕਰ ਲਿਆ। ਹੋਇਆ ਕੀ? ਅੰਤ ਸਮਾਂ ਆ ਗਿਆ, ਫਿਰ ਗਲਾਂ ਨੇ ਜਮਾਂ ਨੇ ਗਲ ਵਿੱਚ ਆਣ ਕੇ ਫਾਹੀ ਪਾ ਲਈ। ਬਾਣੀ ਦੱਸਦੀ ਹੈ, ਕਹਿੰਦੇ ਵੀ ਜਦੋਂ ਜਮ ਆਣ ਕੇ ਸੋ ਇਸ ਦੇ ਗਲ ਵਿੱਚ ਫਾਹੀ ਪਾਉਂਦੇ ਹੈ, ਇਹ ਨਹੀਂ ਵੀ ਇਕੱਲਾ ਰੱਸਾ ਨਹੀਂ, ਸੰਗਲ ਵੀ ਪਾਉਂਦੇ ਨੇ। ਮਹਾਰਾਜ ਕਹਿੰਦੇ ਗਾਲ ਸੰਗਲ ਘੱਤ ਚਲਾਈਐ, ਵੱਡਾ ਹੋਆ ਦੁਨੀਦਾਰ। ਉਹ ਜਮਾਂ ਨੂੰ ਕਹਿੰਦਾ, ਪਹਿਲਾਂ ਤਾਂ ਹੈਰਾਨ ਹੁੰਦਾ ਵੀ ਇਹ ਕੀ ਬਣ ਗਿਆ। ਜਮਾਂ ਨੂੰ ਵੀ ਕਹਿੰਦਾ ਮੈਂ ਫਲਾਨਾ ਬੰਦਾ। ਕਹਿੰਦੇ ਤੂੰ ਸੀਗਾ, ਹੁਣ ਤਾਂ ਉਹ ਪਿਆ ਤੂੰ, ਹੁਣ ਤੂੰ ਉਹ ਪਿਆ ਸਾਹਮਣੇ, ਉਹਦੇ ਵਿੱਚ ਤੂੰ ਹੈ ਨਹੀਂ ਗਾ। ਕਹਿੰਦੇ ਤੂੰ ਸੀਗਾ, ਕਹਿੰਦੇ ਤੇਰੇ ਕੋਲ ਇੱਕ ਟਾਈਮ ਸੀਗਾ, ਹੁਣ ਕੱਖ ਨਹੀਂ ਹੋਣਾ। ਗਲ ਸੰਗਲ ਘੱਤ ਚਲਾਈਐ, ਅੱਗੇ ਕਰਨੀ ਕੀਰਤ ਬਾਚਿਆ। ਅਤੇ ਗਲਾਂ ਵਿੱਚ ਫਾਹੀ ਰੱਸਾ ਵੀ ਪਾਉਂਦੇ ਨੇ। ਉਹ ਕਿੱਦਾਂ ਲੈ ਕੇ ਜਾਂਦੇ ਨੇ? ਇਹ ਤਾਂ ਹੁਣ ਗੁਰਬਾਣੀ ਦੱਸਦੀ ਹੈ। ਅਤੇ ਜਾਂ ਫਿਰ ਜਿਹੜੇ ਪਰਲੋਕ ਦੇਖ ਆਉਂਦੇ ਨੇ, ਇਹ ਵੀ ਹੈਗੇ ਸਾਡੇ 'ਚ ਕਿ ਜਿਨ੍ਹਾਂ ਨੇ ਪਰਲੋਕ ਦੇਖਿਆ, ਜਿਹੜੇ ਕਹਿੰਦੇ ਅਸੀਂ ਧਰਮ ਰਾਜਾ ਵੇਖਿਆ, ਉਹ ਕਿੱਦਾਂ ਨਿਆਂ ਕਰਦਾ, ਕਿੱਦਾਂ ਵਹੀ ਖਾਤੇ ਕੱਢਦਾ, ਕੀ ਨਰਕ ਅਤੇ ਕੀ ਸਵਰਗ। ਉਹ ਇੱਥੇ ਆਣ ਕੇ ਰੌਲੀ ਪਾਉਂਦੇ ਦੱਸਦੇ ਨੇ ਵੀ ਬਾਣੀ ਜੋ ਕਹਿੰਦੀ ਹੈ ਇਹ ਸੱਚ ਕਹਿੰਦੀ ਹੈ। ਦੇਖ ਕੇ ਮੰਨਣਾ ਜਾਂ ਸੁਣ ਕੇ ਮੰਨ ਲੈਣਾ, ਜਾਂ ਗੁਰੂ ਕਹਿ ਰਿਹਾ ਉਹਨੂੰ ਸੁਣ ਕੇ ਮੰਨ ਲਓ, ਹੈ ਨਾ। ਸੁਣ ਕੇ ਜਿਹਨੇ ਸੁਣ ਮੰਨਿਆ, ਜਿਨ੍ਹਾਂ ਨੇ ਸੁਣ ਕੇ ਮੰਨ ਲੈਣਾ ਤੇ ਇਹਨਾਂ ਦੀ ਸਾਰੀ ਭੁੱਖ ਚਲੇ ਜਾਂਦੀ, ਇਹਨਾਂ ਦੀ ਭੁੱਖ ਰਹਿੰਦੀ ਕੋਈ ਨਹੀਂ, ਉਹ ਆਪਣਾ ਦਾ ਜੀਵਨ ਸੁਧਰ ਜਾਂਦਾ ਹੈ। ਕਹਿੰਦੇ ਭਾਈ ਜਿਨ੍ਹਾਂ ਨੇ ਆਪਣਾ ਜੀਵਨ ਮਾਇਆ ਦੇ ਪਿੱਛੇ ਲੱਗ ਕੇ ਖਰਾਬ ਕਰ ਲਿਆ, ਆਪਣਾ ਹੈਂਕੜਬਾਜੀ ਵਿੱਚ ਲੱਗ ਕੇ ਖਰਾਬ ਕਰ ਲਿਆ। ਉੱਥੇ ਦਰਗਾਹ ਦੇ ਵਿੱਚ ਇਹ ਥੋੜ੍ਹੀ ਦੇਖਣਾ ਵੀ ਇਹ ਹਿੰਦੂ ਅਤੇ ਮੁਸਲਮਾਨ ਅਤੇ ਸਿੱਖ ਹੈ, ਛਾਪ ਨਹੀਂ ਉੱਥੇ ਕੋਈ ਲੱਗੀ ਹੋਈ ਹੁੰਦੀ, ਉੱਥੇ ਕਰਮ ਹੁੰਦੇ ਨੇ। ਸੋ ਮਹਾਰਾਜ ਕਹਿੰਦੇ ਜਿਹਦੇ ਤਾਂ ਸ਼ੁਭ ਅਮਲ ਨੇ ਉਹ ਬਖਸ਼ਿਆ ਜਾਣਾ, ਜਿਹਦੇ ਅਮਲ ਮਾੜੇ ਨੇ ਕਹਿੰਦੇ ਉਹਨੇ ਪਕੜਿਆ ਜਾਣਾ। ਕਹਿੰਦੇ ਉੱਥੇ ਬਿਲਕੁਲ ਠੱਪਾ ਨਹੀਂ ਲਗਾਉਣਾ ਵੀ ਹਾਂ ਵੀ ਇਹ
ਭਾਈ ਸਿੱਖ ਆ ਅਤੇ ਹਿੰਦੂ ਆ ਜਾਂ ਮੁਸਲਮਾਨ ਆ, ਜੈਨੀ ਆ, ਬੋਧੀ, ਇੱਦਾਂ ਦਾ ਕੋਈ ਠੱਪਾ ਨਹੀਂ। ਕਰਮ ਦੇਖਣੇ, ਕਰਮੀ ਆਪੋ ਆਪਣੀ ਕਿਹਾ ਮਹਾਰਾਜ ਨੇ। ਇਹ ਥੋੜ੍ਹੀ ਕਿਹਾ ਵੀ ਹਾਂ ਵੀ ਧਰਮ ਦੀ ਗੱਲ ਨਹੀਂ ਕੀਤੀ, ਅਤੇ ਕਰਮ ਦੀ ਗੱਲ ਕੀਤੀ ਹੈ। ਧਰਮ ਤਾਂ ਸਾਨੂੰ ਕਰਮ ਸਿਖਾਉਂਦਾ ਆ, ਧਰਮ ਤਾਂ ਸਾਡੀ ਇੱਕ ਪਾਠਸ਼ਾਲਾ ਆ। ਇਹਨੇ ਤਾਂ ਸਾਨੂੰ ਕਰਮ ਸਿਖਾ ਲੈਣੇ ਵੀ ਕਰਮ ਕਿੱਦਾਂ ਨੇ ਕਰਨੇ। ਜੇ ਧਰਮੀ ਹੋ ਕਰਕੇ ਸਹੀ ਮਾਇਨੇ ਵਿੱਚ ਮੈਂ ਕਰਮ ਸਿੱਖਾਂ ਤਾਂ ਕਰਮ ਮੇਰੇ ਸ਼ੁਭ ਹੋਣਗੇ। ਜੇ ਮੇਰੇ ਧਰਮ ਦੇ ਵਿੱਚ ਵੀ ਪਖੰਡ ਹੋਵੇਗਾ, ਮੇਰੇ ਕਰਮ ਮਾੜੇ ਹੋ ਜਾਣੇ। ਜੇ ਮੇਰੇ ਧਰਮ ਦੇ ਵਿੱਚ ਵੀ ਪਖੰਡ ਹੈ, ਉੱਥੇ ਮਹਾਰਾਜ ਕਹਿੰਦੇ ਕਰਮ ਧਰਮ ਪਖੰਡ ਜੋ ਦੀਸੈ ਤਿਸ ਜਮ ਜਗਾਤੀ ਲੂਟੈ। ਉੱਥੇ ਜਮਾਂ ਨੇ ਨਹੀਂ ਬਖਸ਼ਣਾ। ਇੱਥੇ ਜ਼ਰੂਰ ਤੂੰ ਹੇਠ ਉੱਤਾ ਕਰ ਜਾਂਦਾ, ਪਰ ਜਮ ਫਿਰ ਗਲ 'ਚ ਫਾਹੀ ਪਾਉਂਦੇ ਨੇ, ਗੱਲ ਪਈ ਸੋ ਜਮ ਕੀ ਫਾਸ। ਜੇਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆ। ਲੁਣਾ ਹੁੰਦਾ ਕੱਟਣਾ। ਇਨਸਾਨ ਜੋ ਬੀਜਦਾ ਉਹ ਵੱਢਦਾ ਹੈ। ਹੁਣ ਇੱਥੇ ਸੰਸਾਰ ਦੇ ਵਿੱਚ ਆਪਾਂ ਖੇਤੀ ਆਪ ਵੀ ਕਰਦੇ ਰਹੇ ਹਾਂ, ਦੇਖਦੇ ਵੀ ਹਾਂ ਖੇਤੀ ਕਿੱਦਾਂ ਹੁੰਦੀ ਹੈ। ਪਰ ਹੁੰਦਾ ਕੀ ਹੈ, ਇੱਥੇ ਤਾਂ ਜ਼ਿਮੀਂਦਾਰ ਤਾਂ ਖੇਤ ਦਾ ਮਾਲਕ ਹੈ। ਅੱਜ ਕੱਲ੍ਹ ਤਾਂ ਬੀਜਣੇ ਵਾਲੇ ਵੀ ਹੋਰ ਨੇ ਅਤੇ ਵੱਢਣੇ ਵਾਲੇ ਵੀ ਹੋਰ ਨੇ। ਜਿਹੜੀ ਆਹ ਖੇਤੀ ਹੈ ਤਾਂ ਸਿਸਟਮ ਹੀ ਸਾਰਾ ਬਦਲ ਗਿਆ। ਪਹਿਲੋਂ ਹੁੰਦਾ ਸੀ ਵੀ ਆਪ ਹੀ ਵੱਢਣਾ, ਅਤੇ ਪਰਿਵਾਰ ਦੇ ਸਾਰੇ ਨਿੱਕੇ ਨਿਆਣੇ ਸਾਰੇ ਲੱਗ ਜਾਣੇ ਅਤੇ ਉਹਨਾਂ ਨੇ ਆਪ ਉਹ ਖੇਤੀ ਵੱਢਣੀ, ਫਿਰ ਬੀਜਣੀ ਪਿਆ, ਵੱਢਣੀ ਪਿਆ। ਉਹ ਕੰਮ ਖਤਮ ਹੋ ਚੁੱਕਾ। ਪਰ ਕਰਮਾਂ ਦੀ ਖੇਤੀ ਜਿਹੜੀ ਉੱਦਾਂ ਹੀ ਹੈ, ਜੋ ਕਰਮਾਂ ਦੀ ਖੇਤੀ ਉੱਦਾਂ ਹੀ ਚੱਲਦੀ ਪਈ ਹੈ। ਜਿੱਦਾਂ ਦੇ ਮੈਂ ਕਰਮਾਂ ਦਾ ਬੀਜ ਲਿਆ ਹੈ ਨਾ, ਉਹ ਮੈਂ ਹੀ ਕੱਟਣਾ ਅਤੇ ਮੈਂ ਹੀ ਖਾਣਾ। ਇਹ ਨਹੀਂ ਵੀ ਬੀਜੇਗਾ ਕੋਈ ਹੋਰ, ਕੱਟੇਗਾ ਕੋਈ ਹੋਰ ਅਤੇ ਖਾਵੇਗਾ ਕੋਈ ਹੋਰ, ਐਸਾ ਨਹੀਂ। ਹੁਣ ਕਿੱਕਰਾਂ ਦਾ ਬੀਜ ਬੀਜਿਆ ਅਤੇ ਉਹ ਕਿੱਕਰਾਂ ਦੇ ਕੰਡੇ ਜਿਹੜੇ ਨੇ ਉਹ ਮੈਨੂੰ ਚੁੱਭਣਗੇ ਜਦੋਂ ਮੈਂ ਉਹਨੂੰ ਚੁਗਾਂਗਾ, ਜਦੋਂ ਮੈਂ ਕੱਟਾਂਗਾ। ਇਸ ਕਰਕੇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੱਥੈ ਜੋ ਲਿਖਿਆਸ। ਮੱਥੇ 'ਤੇ ਲਿਖਿਆ। ਮੱਥੇ 'ਤੇ ਕੀ ਲਿਖਿਆ ਹੁੰਦਾ? ਆਪਾਂ ਦੇਖਦੇ ਚਲੋ ਜਦੋਂ ਆਪਾਂ ਬੱਸ ਫੜਨੀ ਆ, ਪਹਿਲਾਂ ਨੰਬਰ ਪੜ੍ਹਦੇ ਹਾਂ ਬੱਸ ਦਾ। ਉਹਦੇ ਮੋਹਰੇ ਬੋਨਟ 'ਤੇ ਸ਼ੀਸ਼ੇ 'ਤੇ ਲਿਖਿਆ ਹੁੰਦਾ ਨਾ। ਆਪਣੇ ਪੰਜਾਬ ਵਿੱਚ ਤਾਂ ਬਕਾਇਦਾ ਪੰਜਾਬੀ 'ਚ ਲਿਖਿਆ ਹੁੰਦਾ ਫਲਾਨੀ ਜਗ੍ਹਾ ਨੂੰ ਬੱਸ ਜਾ ਰਹੀ, ਉਹਦੇ ਮੱਥੇ 'ਤੇ ਲਿਖਿਆ ਹੋਇਆ ਵੀ ਇਹ ਜਾ ਰਹੀ ਹੈ ਬੱਸ ਉੱਧਰ ਨੂੰ, ਅਤੇ ਆਪਾਂ ਬੱਸ ਦੇਖ ਕੇ ਚੜ੍ਹ ਜਾਂਦੀ ਕਿਉਂਕਿ ਉਹਦੇ ਮੱਥੇ 'ਤੇ ਲਿਖਿਆ ਹੋਇਆ। ਇੱਦਾਂ ਦਾ ਹੀ ਸਿਸਟਮ ਆਪਣੇ ਨਾਲ ਹੋ ਜਾਂਦਾ। ਅਸੀਂ ਖੁਦ ਆਪਣੇ ਮੱਥੇ ਦੇ ਉੱਤੇ ਲਿਖਦੇ, ਆਪਣੇ ਹਿਰਦੇ ਵਿੱਚ ਆਪਣੀ ਮੇਰੀ ਜਿਹੜੀ ਸੋਚ ਹੈ, ਜੋ ਮੇਰੀ ਸੋਚ ਹੈ ਉਹ ਮੇਰੇ ਅੰਦਰ ਉਕਰੀ ਗਈ ਹੈ, ਉਹ ਲਿਖੀ ਗਈ ਹੈ। ਬਸ ਫਿਰ ਉਹ ਰੂਟ ਉਹਦਾ ਉਹੀ ਬਣ ਜਾਣਾ ਜੀ। ਅਗਰ ਮੇਰੀ ਸੋਚ ਮਾੜੀ ਹੈ, ਮੈਂ ਦੂਸਰਿਆਂ ਦੇ ਪ੍ਰਤੀ ਮਾੜਾ ਸੋਚ ਰਿਹਾ ਹਾਂ, ਅਤੇ ਮੇਰਾ ਰੂਟ ਉਹ ਬਣ ਜਾਵੇਗਾ। ਮਾੜੇ ਪਾਸੇ ਨੂੰ ਜਾਵੇਗਾ, ਚੰਗੇ ਪਾਸੇ ਨਹੀਂ ਜਾ ਸਕਦਾ। ਹਾਂ, ਭੇਖ ਹੋਵੇਗਾ, ਤੂੰ ਧਾਰਮਿਕ ਨਹੀਂ ਹੋਵੇਗਾ। ਭੇਖ ਤੇਰਾ ਹੋ ਸਕਦਾ। ਆਪਣੀ ਸੋਚ ਬਦਲੋ। ਜੋ ਸੋਚ ਹੈ ਸੋ ਉਹ ਮੱਥੇ ਜੋ ਲਿਖਿਆਸ, ਉਹ ਮੇਰਾ ਬੋਰਡ ਬਣ ਜਾਣਾ। ਉੱਧਰ ਨੂੰ ਹੀ ਮੇਰੀ ਬੱਸ ਦਾ ਰੂਟ ਹੋ ਜਾਣਾ, ਉੱਧਰ ਨੂੰ ਹੀ ਮੇਰਾ ਜੀਵਨ ਤੁਰ ਪੈਣਾ। ਸੋ ਆਪਣੇ ਜਿਹੜੀ ਸੋਚ ਹੈ, ਜੇ ਸੋਚ ਚੇਂਜ ਕਰ ਲਈ ਤਾਂ ਨਾਲ ਹੀ ਤੇਰਾ ਰੂਟ ਚੇਂਜ ਹੋ ਜਾਣਾ। ਸੋਚ ਆਪਣੀ ਚੇਂਜ ਕਰ। ਮੱਥੇ ਜੋ ਲਿਖਿਆਸ ਮਹਾਰਾਜ ਕਹਿੰਦੇ। ਅਤੇ ਦੂਸਰੀ ਬੇਨਤੀ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਵੀ ਜੇ ਜੋ ਤੂੰ ਬੀਜਣਾ ਉਹੀ ਤੂੰ ਵੱਢਣਾ, ਅਤੇ ਫਿਰ ਚੰਗਾ ਬੀਜ ਭਾਈ ਇਹਦੇ ਕਿਹੜਾ ਬੱਸ ਆ ਕੁਝ। ਹੁਣ ਕਰਮ ਹੀ ਮਾੜਾ ਆ ਗਿਆ ਇਹਦਾ। ਜਿੱਦਾਂ ਦਾ ਕਰਮ ਆ ਗਿਆ ਉੱਦਾਂ ਦਾ ਬੀਜ ਲਿਆ। ਜਿੱਦਾਂ ਦਾ ਕਰਮ ਇਹ ਹੁੰਦਾ। ਇਹ ਜਿਹੜੇ ਗੁਰਮੁਖ ਜਨ ਨੇ, ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਦੇ ਨੇੜੇ ਨੇ, ਸੋ ਉਹ ਫਿਰ ਇਸ ਤਰੀਕੇ ਦੇ ਨਾਲ ਬਾਣੀ ਨੂੰ ਸਮਝਦੇ ਆ ਕਿ ਕਿਤੇ ਮਨ 'ਚ ਹੰਕਾਰ ਨਾ ਆ ਜਾਵੇ ਵੀ ਮੈਂ ਤਾਂ ਬੰਦਗੀ ਕਰਦਾ, ਭਗਤੀ ਕਰਦਾ, ਆ ਮੇਰਾ ਸਾਥੀ ਤਾਂ ਪਾਠ ਹੀ ਨਹੀਂ ਕਰਦਾ, ਇਹ ਤਾਂ ਵਾਹਿਗੁਰੂ ਵਾਹਿਗੁਰੂ ਹੀ ਨਹੀਂ ਕਰਦਾ, ਅਤੇ ਸੰਗਤ ਹੀ ਨਹੀਂ ਕਰਦਾ। ਉਹ ਫਿਰ ਇਸ ਹਿਸਾਬ ਨਾਲ ਬਾਣੀ ਦੀ ਪੰਕਤੀ ਨੂੰ, ਆਪਣੇ ਆਪ ਨੂੰ ਬਾਣੀ ਦੀ ਪੰਕਤੀ ਦੇ ਨਾਲ ਆਪਣੇ ਆਪ ਨੂੰ ਸਮਝਾਉਂਦੇ ਨੇ ਵੀ ਮੇਰੇ ਕਿਤੇ ਸ਼ੁਭ ਕਰਮ, ਚੰਗੇ ਕਰਮ ਲਿਖੇ ਹੋਏ ਅੱਗੇ ਆ ਗਏ ਅਤੇ ਮੈਂ ਬੰਦਗੀ ਕਰਨ ਲੱਗ ਪਿਆ। ਹਜੇ ਇਹਨਾਂ ਦੇ ਕਰਮ ਨਹੀਂ, ਇਹ ਨਹੀਂ ਕਰਦੇ। ਜਦੋਂ ਇਹਨਾਂ ਦੇ ਕਰਮ ਚੰਗੇ ਪ੍ਰਗਟ ਹੋ ਗਏ, ਇਹ ਵੀ ਪਾਠ ਕਰਨਗੇ, ਇਹ ਵੀ ਬੰਦਗੀ ਕਰਨਗੇ। ਇਹਦੇ ਨਾਲ ਹੰਕਾਰ ਨਹੀਂ ਆਉਂਦਾ, ਬੰਦਾ ਹਉਮੈ ਦੇ ਰੋਗ ਤੋਂ ਬਚਿਆ ਰਹਿੰਦਾ। ਜੇ ਹੰਕਾਰ ਆ ਗਿਆ ਅਤੇ ਫਿਰ ਤੁਰਦਾ 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 ਇਹ ਖੜ ਵੀ ਜਾਂਦਾ। ਹੰਕਾਰ ਜ਼ਿਆਦਾ ਆ ਗਿਆ ਅਤੇ ਥੱਲੇ ਵੀ ਡਿੱਗ ਜਾਂਦਾ। ਤੁਰਿਆ ਚੰਗਾ ਭਲਾ ਤੁਰਿਆ ਬੰਦਗੀ ਦੇ ਰਾਹ ਦੇ ਉੱਤੇ, ਜਦੋਂ ਹੰਕਾਰ ਆ ਗਿਆ ਅਤੇ ਉਸੇ ਵਕਤ ਰੁਕਾਵਟ ਪੈ ਗਈ। ਜਦੋਂ ਨਿੰਦਿਆ ਕਰਨ ਲੱਗ ਪਿਆ ਨਾਲ ਹੀ ਥੱਲੇ ਡਿੱਗ ਜਾਂਦਾ। ਆਹ ਮਾਰਗ, ਇਸ ਮਾਰਗ 'ਤੇ ਫਿਰ ਜ਼ਰੂਰੀ ਚੱਲਣਾ।
ਮਾਰਗ ਮੱਥੇ ਜੋ ਲਿਖਿਆ ਜਿਹਾ ਬੀਜੈ ਸੋ ਲੈਣਾ। ਇਸ ਕਰਕੇ ਜੇ ਕੋਈ ਮਾੜਾ ਕਰਮ ਕਰਦਾ, ਭਾਈ ਜਿੱਦਾਂ ਦਾ ਉਹਦੇ ਕੋਲ ਬੀਜ ਆ ਨਾ ਉੱਦਾਂ ਦਾ ਬੀਜਣਾ। ਹੁਣ ਜੇ ਤੇਰੇ ਨਾਲ ਕੋਈ ਮਾੜਾ ਕਰਨ ਤੋਂ ਹਟਦਾ ਹੀ ਨਹੀਂ ਹੈ ਤੇ ਤੂੰ ਇਹ ਸਮਝ ਲਾ ਉਹਦੇ ਕੋਲ ਚੰਗਾ ਬੀਜ ਹੈ ਹੀ ਨਹੀਂ ਹੈ। ਹੁਣ ਜਿੱਦਾਂ ਦਾ ਬੀਜ ਉਹਦੇ ਕੋਲ ਆ ਤਾਂ ਉਹੋ ਜਿਹਾ ਬੀਜਣਾ, ਉਹਨੂੰ ਬੀਜਣ ਦੇ। ਪਰ ਇੱਕ ਗੱਲ ਪੱਕੀ, ਕਰਤਾ ਪੁਰਖ ਨਿਆਂ ਕਰਦਾ। ਅਗਰ ਉਹ ਤੇਰੇ ਰਾਹ ਦੇ ਵਿੱਚ ਕੰਡੇ ਬੀਜਦਾ ਪਿਆ, ਤੂੰ ਨਹੀਂ ਚੁਗੇਗਾ, ਚੁਗਣੇ ਉਹਨੂੰ ਹੀ ਪੈਣੇ ਨੇ। ਕਿਉਂ? ਕਿਉਂਕਿ ਇਹ ਅਸੂਲ ਹੈ, ਇਹ ਕਰਤੇ ਪੁਰਖ ਦਾ ਦਸਤੂਰ ਹੈ। ਕਹਿੰਦੇ ਰੈਣ ਵਿਹਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ਼। ਰਹਿਣ ਤੋਂ ਕੀ ਭਾਵ ਹੈ? ਰਹਿਣ ਤੋਂ ਭਾਵ ਹੈ ਸਾਡੀ ਜ਼ਿੰਦਗੀ, ਸਾਡੀ ਉਮਰ। ਵਿਹਾਣੀ ਦਾ ਅਰਥ ਹੁੰਦਾ ਬਤੀਤ ਹੋ ਜਾਣਾ। ਜਦੋਂ ਮਨੁੱਖ ਦੀ ਉਮਰ ਬਤੀਤ ਹੋ ਜਾਂਦੀ ਹੈ, ਪਛਤਾਵਾ ਹੁੰਦਾ ਜੀ। ਪਛਤਾਵਾ ਕਿਹੜੀ ਕਿਹੜੀ ਗੱਲ ਦਾ ਪਛਤਾਵਾ ਹੁੰਦਾ ਹੈ? ਸਭ ਤੋਂ ਵੱਡੀ ਗੱਲ ਵੀ ਸਰੀਰ ਹੱਥੋਂ ਨਿਕਲ ਜਾਂਦਾ। ਆ ਸਰੀਰ 'ਚ ਬਲ ਕਿੱਥੇ ਰਹਿ ਜਾਂਦਾ? ਜਿੰਨਾ ਮਰਜ਼ੀ ਯਤਨ ਕਰ ਲਵੇ, ਸਰੀਰ ਦੇ ਵਿੱਚ ਜਵਾਨੀ ਵਾਲਾ ਬਲ ਆ ਹੀ ਨਹੀਂ ਸਕਦਾ ਜਦੋਂ ਇਹ ਬੁੱਢਾ ਹੋ ਜਾਂਦਾ। ਕਹਿੰਦੇ ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇ। ਸਰੀਰ ਕੰਬਦਾ ਸਾਰਾ ਜਦੋਂ ਬੁੱਢਾ ਹੋ ਜਾਂਦਾ। ਆਪਾਂ ਵੇਖਦੇ ਜਦੋਂ ਪੱਤਝੜ ਆਉਂਦੀ ਹੈ, ਜਦੋਂ ਪੱਤਝੜ ਆਉਂਦੀ ਹੈ ਸਾਰਾ ਜੰਗਲ ਕੰਬ ਜਾਂਦਾ। ਜਦੋਂ ਪੱਤਝੜ ਆਈ ਸੋ ਰੁੱਤ ਫਿਰੀ ਬਣ ਕੰਬਿਆ, ਪੱਤ ਝੜੇ ਚੜ ਪਾਹੇ, ਪੱਤੇ ਝੜਦੇ ਨੇ ਥੱਲੇ ਡਿੱਗਦੇ ਨੇ। ਚਲੋ ਇਹ ਜਦੋਂ ਦਰਖਤਾਂ 'ਤੇ ਪੱਤ ਝੜ ਆਉਂਦੀ ਹੈ, ਇੱਥੇ ਤਾਂ ਫਿਰ ਵੀ ਬਸੰਤ ਆ ਜਾਂਦੀ ਹੈ। ਪਰ ਆ ਜਦੋਂ ਸਰੀਰ 'ਤੇ ਪੱਤ ਝੜ ਆਉਂਦੀ, ਮੁੜ ਕੇ ਬਸੰਤ ਨਹੀਂ ਆਉਂਦੀ। ਚਾਰੇ ਕੁੰਡਾਂ ਭਾਲੀਆਂ, ਰਹਿਣ ਕਥਾਊ ਨਾ ਹੈ। ਦੰਦ ਡਿੱਗ ਜਾਣੇ, ਮੁੜ ਕੇ ਅੰਦਰੋਂ ਨਹੀਂ ਦੰਦ ਆਉਣੇ। ਇਹ ਬਾਹਰੋਂ ਭਾਵੇਂ ਲਾਈ ਜਾਂਦੇ ਨੇ। ਅੱਖਾਂ ਦੀ ਜੋਤ ਚਲੇ ਗਈ ਤੇ ਠੀਕ ਹੈ, ਐਨਕਾਂ ਲਾ ਲੈਂਦੇ ਹਾਂ ਆਪਾਂ, ਜਾਂ ਉਹਦਾ ਲੈਂਸ ਲੂੰਸ ਪਾ ਲੈਂਦੇ ਹਾਂ, ਅੰਦਰਲੀ ਜੋਤ ਨਹੀਂ ਵਧਾ ਸਕਦੇ, ਹੈ ਨਾ। ਹੱਥਾਂ ਦੇ ਵਿੱਚ ਬਲ ਨਹੀਂ ਰਹਿ ਗਿਆ, ਪੈਰਾਂ ਵਿੱਚ ਬਲ ਨਹੀਂ ਰਹਿ ਗਿਆ। ਸੋ ਇਹ ਜਦੋਂ ਸਰੀਰ ਤੋਂ ਜਵਾਨੀ ਚਲੇ ਜਾਂਦੀ, ਮੁੜ ਕੇ ਜਵਾਨੀ ਆਉਂਦੀ ਨਹੀਂ ਹੈ। ਜਦੋਂ ਪੱਤਝੜ ਸਰੀਰ 'ਤੇ ਆ ਜਾਂਦੀ, ਇਹਦੇ 'ਤੇ ਮੁੜ ਕੇ ਬਸੰਤ ਨਹੀਂ ਆਉਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਦੋਂ ਉਮਰ ਬਤੀਤ ਹੋ ਗਈ, ਦੇਖੀ ਕਿਤੇ ਪਛਤਾਵਾ ਨਾ ਆਵੇ। ਹੁਣ ਉਮਰ ਬਤੀਤ ਹੋਈ, ਕੋਈ ਗੱਲ ਨਹੀਂ, ਜਿਹੜਾ ਕੰਮ ਮੈਂ ਕਰਨਾ ਸੀ ਮੈਂ ਕਰ ਲਿਆ, ਕੋਈ ਪਛਤਾਵਾ ਨਹੀਂ ਹੁੰਦਾ। ਜੇ ਕੰਮ ਅਧੂਰਾ ਰਹਿ ਗਿਆ ਫਿਰ ਪਛਤਾਵਾ ਹੁੰਦਾ। ਮੈਂ ਜਿਸ ਕਾਰਜ ਵਾਸਤੇ ਇੱਥੇ ਸੰਸਾਰ 'ਤੇ ਆਇਆ ਸੀ, ਉਹ ਕਾਰਜ ਕੀ ਸੀਗਾ? ਮਹਾਰਾਜ ਨੇ ਦੱਸਿਆ, ਕਹਿੰਦੇ ਆਇਓ ਸੁਣ ਪੜ੍ਹਨ ਕੋ ਬਾਣੀ। ਔਰ ਮੈਂ ਕਰਦਾ ਰਿਹਾ, ਜਵਾਨੀ 'ਚ ਲੱਗਾ ਰਿਹਾ, ਜਿੱਦਾਂ ਮਰਜ਼ੀ ਪੜ੍ਹੀ ਵੀ ਗਿਆ, ਸੁਣੀ ਵੀ ਗਿਆ। ਬੁੱਢਾ ਹੋ ਗਿਆ, ਪਛਤਾਵਾ ਨਹੀਂ ਹੁੰਦਾ। ਉਹਨਾਂ ਨੂੰ ਕਦਾਚਿਤ ਪਛਤਾਵਾ ਨਹੀਂ ਹੁੰਦਾ। ਜਿਨ੍ਹਾਂ ਨੇ ਜਵਾਨੀ ਦੇ ਵੇਲਾ ਬਾਣੀ ਆ ਪੜ੍ਹੀ ਹੈ, ਸੁਣੀ ਹੈ, ਵਿਚਾਰੀ ਹੈ, ਬੁੱਢੇ ਹੋ ਗਏ ਭਾਈ, ਉਸ ਵਕਤ ਵਾਸ਼ਨਾਵਾਂ ਪ੍ਰਬਲ ਨਹੀਂ ਹੁੰਦੀਆਂ। ਵਾਸ਼ਨਾਵਾਂ ਬਿਲਕੁਲ ਖਤਮ ਹੋ ਜਾਂਦੀਆਂ। ਜਦ ਵਾਸ਼ਨਾ ਹੀ ਖਤਮ ਹੋ ਗਈ ਤਾਂ ਸੁਰਤੀ ਲੱਗਣੀ ਸ਼ੁਰੂ ਹੋ ਜਾਂਦੀ। ਜਿੰਨਾ ਚਿਰ ਵਾਸ਼ਨਾ ਪ੍ਰਬਲ ਹੈ, ਉਹਨਾਂ ਚਿਰ ਸੁਰਤੀ ਨਹੀਂ ਕਦੀ ਲੱਗ ਸਕਦੀ। ਸੋ ਫਿਰ ਪਛਤਾਵਾ ਨਹੀਂ ਹੁੰਦਾ ਜੇ ਜਵਾਨੀ ਵੇਲਾ ਬੰਦਗੀ ਕੀਤੀ ਹੋਈ। ਜੇ ਜਵਾਨੀ ਵੇਲਾ ਬੰਦਗੀ ਨਹੀਂ ਕੀਤੀ ਫਿਰ ਪਛਤਾਵਾ, ਕਿਉਂਕਿ ਵਾਸ਼ਨਾ ਨਹੀਂ ਇਸ ਨੂੰ ਟਿਕਣ ਦਿੰਦੀ। ਅਤੇ ਉਦੋਂ ਤਾਂ ਬਾਹਲਾ ਹੀ ਪਛਤਾਵਾ ਹੁੰਦਾ ਜਦੋਂ ਜਾ ਮਣ ਕੇ ਇਹਨੂੰ ਘੇਰ ਲੈਂਦੇ ਨੇ। ਉਦੋਂ ਕਹਿੰਦੇ ਵੀ ਚੱਲ ਵੀ ਤੇਰਾ ਲੇਖਾ ਹੋਣਾ। ਉਦੋਂ ਦੱਸਦੇ ਨਾ ਜਦੋਂ ਇੱਕ ਇੱਕ ਸਾਹ ਦਾ ਲੇਖਾ ਹੋਣਾ। ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਪੱਲੇ ਕੱਖ ਨਹੀਂ ਹੈ। ਕਹਿੰਦੇ ਹੈਗਾ ਕੁਝ ਪੱਲੇ, ਬੰਦਗੀ ਤਾਂ ਹੈ ਹੀ ਪੱਲੇ ਨਹੀਂ ਹੈ, ਫਿਰ ਛੁਟਕਾਰਾ ਕਿਵੇਂ ਹੋਵੇਗਾ? ਉੱਥੋਂ ਪਛਤਾਵਾ ਬੜਾ ਹੁੰਦਾ। ਕਹਿੰਦੇ ਉੱਠ ਚਲੀ ਗਈ ਨਿਰਾਸ਼। ਇਹ ਜਿੰਦ ਨਿਰਾਸ਼ ਹੋ ਕੇ ਜਮਾਂ ਦੇ ਨਾਲ ਤੁਰ ਪੈਂਦੀ ਹੈ, ਕਿਉਂਕਿ ਇਹਦੇ ਪੱਲੇ ਨਾਮ ਧਨ ਨਹੀਂ ਹੁੰਦਾ। ਇਹ ਖਾਲੀ ਹੀ ਹੁੰਦੀ, ਐਸਾ ਨਾ ਕਿਤੇ ਹੋ ਜਾਵੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਨਾਮ ਜਪ, ਨਾਮ ਦਾ ਧਨ ਜਿਹੜਾ ਉਹ ਆਪਣੇ ਪੱਲੇ ਬੰਨ੍ਹ। ਜਿਨ ਕਾ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਸਾਧੂ ਕੌਣ? ਸਤਿਗੁਰੂ। ਜਿਹਦੀ ਭੇਟ ਪੂਰੇ ਸਤਿਗੁਰੂ ਜੀ ਦੇ ਨਾਲ ਹੋ ਜਾਂਦੀ ਹੈ। ਭਾਵ ਗੁਰਬਾਣੀ ਦੇ ਨਾਲ ਇੱਕ ਮਿਕਤਾ, ਗੁਰਬਾਣੀ ਦੀ ਜਦੋਂ ਸਮਝ ਆਉਣ ਲੱਗ ਜਾਂਦੀ, ਉਹਨੂੰ ਕਿਹਾ ਜਾਂਦਾ ਜਿਨ ਕੋ ਸਾਧੂ ਭੇਟੀ ਹੈ। ਜਦੋਂ ਗੁਰਬਾਣੀ ਦੀ ਸਮਝ ਅੰਦਰ ਪੈਂਦੀ ਹੈ, ਸੋ ਦਰਗਹਿ ਹੋਏ ਖਲਾਸ। ਅੰਦਰੋਂ ਸਮਝ ਆਵੇ, ਬਾਹਰੋਂ ਪੜ੍ਹ ਕੇ ਤਾਂ
ਸੋ ਅਸੀਂ ਸਾਡੇ ਵਰਗੇ ਬਥੇਰੇ ਦੇਖ ਲੈਂਦੇ ਵੀ ਅਰਥ ਕੀ ਲਿਖੇ ਹੋਏ ਨੇ, ਪਰ ਅੰਦਰੋਂ ਸਮਝ ਆਵੇ ਬਾਣੀ ਦੀ। ਸੋ ਜਿਨ੍ਹਾਂ ਨੂੰ ਅੰਦਰੋਂ ਸੋਝੀ ਆਉਂਦੀ ਉਹਨਾਂ ਨੂੰ ਕਿਹਾ ਜਾਂਦਾ ਸਤਿਗੁਰੂ ਭੇਟੀ ਹੈ, ਬਈ ਸਤਿਗੁਰੂ ਦੇ ਨਾਲ ਇਹਦੀ ਭੇਟ ਹੋ ਗਈ। ਜਿੱਦਾਂ ਜਿਹੜਾ ਦਿਲੋਂ ਮਿਲਿਆ ਉਹਨੂੰ ਮਿਲਣਾ ਕਿਹਾ ਜਾਂਦਾ। ਸੋ ਜਿਹੜਾ ਉਪਰਾ ਮਿਲਦਾ ਅਤੇ ਅੰਦਰੋਂ ਕੋਈ ਪਿਆਰ ਨਹੀਂ, ਉਹਨੂੰ ਆਪਾਂ ਸੰਸਾਰ ਦੇ ਵਿੱਚ ਮਿਲਣਾ ਨਹੀਂ ਕਿਹਾ ਜਾਂਦਾ। ਕਹਿੰਦੇ ਅੰਦਰੋਂ ਖੋਟਾ ਆ, ਕਹਿੰਦੇ ਇਹ ਢਿੱਡੋਂ ਨਹੀਂ ਗੱਲ ਕਰਦਾ, ਇਹ ਢਿੱਡੋਂ ਨਹੀਂ ਮਿਲਿਆ ਹੋਇਆ। ਜਿਹੜੇ ਢਿੱਡੋਂ ਮਿਲਦੇ ਨੇ, ਅੰਦਰੋਂ ਮਿਲਦੇ ਨੇ, ਉਹਨਾਂ ਦੀ ਨਿਭਦੀ ਹੈ। ਸੋ ਜਿਹੜੇ ਐਵੇਂ ਗੱਲਾਂ ਬਾਤਾਂ ਦੇ ਨਾਲ ਮਿਲਦੇ ਨੇ, ਉਹਨਾਂ ਦੀ ਅੱਜ ਵੀ ਟੁੱਟੀ ਅਤੇ ਕੱਲ੍ਹ ਵੀ ਟੁੱਟੀ। ਇੱਦਾਂ ਹੀ ਸਤਿਗੁਰੂ ਜੀ ਦੇ ਨਾਲ ਦਿਲੀ ਮੇਲ ਚਾਹੀਦਾ। ਜਦੋਂ ਮੈਨੂੰ ਗੁਰਬਾਣੀ ਦੇ ਅੰਦਰੋਂ ਸੋਝੀ ਆਈ ਅਤੇ ਉਹ ਦਿਲੀ ਮੇਲ ਹੈ, ਉਹ ਅੰਦਰਲਾ ਮੇਲ ਹੈ, ਅਤੇ ਉਹਨਾਂ ਦੀ ਹੀ ਖਲਾਸੀ ਹੁੰਦੀ ਦਰਗਾਹ ਦੇ ਵਿੱਚ। ਸੇ ਦਰਗਾਹ ਹੋਏ ਖਲਾਸ। ਸੋ ਭਾਵ ਉਹਨਾਂ ਨੂੰ ਜੇ ਸਪੋਜ਼ ਕਰੋ ਜਮਾਂ ਨੇ ਬੰਨ੍ਹਿਆ ਹੋਇਆ ਅਤੇ ਦਰਗਾਹ ਦੇ ਵਿੱਚ ਖਲਾਸੀ ਹੋ ਜੂ। ਦੇਖਿਆ ਭਈ ਇਹ ਤਾਂ ਗੁਰੂ ਦੇ ਨਾਲ ਮਿਲਿਆ ਹੋਇਆ, ਇਹਦੇ ਬੰਧਨ ਖੋਲ੍ਹ ਦਿਓ। ਜਿੱਦਾਂ ਕੈਦੀ ਨੂੰ ਕੜੀ ਪਾ ਕੇ ਲੈ ਕੇ ਜਾਂਦੇ ਆ ਅਤੇ ਨਹੀਂ ਉਹਦਾ ਲੇਖਾ ਪੂਰਾ ਹੈ, ਕੇਸ ਚੱਲਦਾ ਪਿਆ, ਫੇਰ ਕੜੀ ਲਾ ਕੇ ਲੈ ਆਉਂਦੇ ਆ। ਜਿੱਥੇ ਫਿਰ ਉਹਦੀ ਸਜ਼ਾ ਮਾਫ ਹੋ ਗਈ, ਉੱਥੇ ਹੀ ਕੜੀ ਖੁੱਲ੍ਹ ਜਾਂਦੀ ਹੈ। ਠੀਕ ਹੈ, ਜਮਾਂ ਨੇ ਬੰਨ੍ਹ ਕੇ ਲੈ ਗਏ, ਪਰ ਜਦੋਂ ਦੇਖਿਆ ਤਾਂ ਸਤਿਗੁਰੂ ਨਾਲ ਮਿਲਿਆ ਹੋਇਆ, ਇਹਦਾ ਬਾਣੀ ਦੇ ਨਾਲ ਇਹਦਾ ਮੇਲ ਹੋਇਆ ਪਿਆ। ਧਰਮ ਰਾਜਾ ਕਹਿੰਦਾ ਵੀ ਇਹਦੇ ਬੰਧਨ ਖੋਲ੍ਹ ਦਿਓ। ਇੱਥੇ ਨਹੀਂ ਖਲਾਸੀ, ਦਰਗਾਹ ਵਿੱਚ ਖਲਾਸੀ ਹੋ ਜਾਂਦੀ ਹੈ। ਪਰ ਬਹੁਤਿਆਂ ਦੀ ਤਾਂ ਖਲਾਸੀ ਇੱਥੋਂ ਹੀ ਹੁੰਦੀ ਹੈ, ਇੱਥੋਂ ਹੀ ਹੋ ਜਾਂਦੀ। ਅਤੇ ਉਹਨਾਂ ਨੂੰ ਆਪ ਖੁਦ ਪਤਾ ਹੁੰਦਾ, ਉਹਨਾਂ ਨੂੰ ਪਤਾ ਹੁੰਦਾ ਵੀ ਨਹੀਂ ਵੀ ਜਮਾਂ ਦੇ ਨਾਲ ਸਾਡਾ ਵਾਹ ਨਹੀਂ ਪੈਣਾ। ਜਮਾਂ ਦੀ ਵਾਟ ਹੋਰ, ਉਹਨਾਂ ਦਾ ਮਾਰਗ ਹੋਰ। ਜਿਸ ਮੰਜ਼ਿਲ 'ਤੇ ਜਿਸ ਨੇ ਜਾਣਾ ਉਹਦਾ ਮਾਰਗ ਉਹੀ ਹੁੰਦਾ ਜੀ। ਆਹ ਰਾਹ ਇੱਧਰ ਨੂੰ ਜਾਂਦਾ, ਆਹ ਰਾਹ ਇੱਧਰ ਨੂੰ ਜਾਂਦਾ। ਜੰਮਪੁਰੀ ਦਾ ਰਾਸਤਾ ਵੱਖਰਾ ਆ ਅਤੇ ਭਾਈ ਦੇਵਲੋਕ ਦਾ ਰਾਸਤਾ ਵੱਖਰਾ ਆ। ਨਿਕਲਦੇ ਸੰਸਾਰ 'ਚੋਂ ਨੇ, ਪਹਿਲੋਂ ਇਕੱਠੇ ਹੀ ਨਿਕਲਦੇ ਨੇ। ਅਤੇ ਉਹ ਜਦੋਂ ਗੁਰਮੁਖ ਜਾਂਦਾ ਦੇਵਪੁਰੀ ਨੂੰ, ਉਹ ਜੰਮਪੁਰੀ ਵੱਲ ਵੀ ਦੇਖ ਸਕਦਾ। ਜਿਹੜਾ ਜੰਮ ਮਾਰਗ 'ਤੇ ਤੁਰਿਆ ਹੋਇਆ ਉਹ ਦੇਵਪੁਰੀ ਵਾਲਿਆਂ ਨੂੰ ਵੀ ਵੇਖਦਾ। ਉੱਥੇ ਬੜਾ ਪਛਤਾਵਾ ਹੁੰਦਾ ਜਿਹੜੇ ਜੰਮ ਮਾਰਗ 'ਤੇ ਤੁਰੇ ਹੋਏ ਹੁੰਦੇ ਨੇ। ਸੋ ਵੀ ਆਹ ਦੇਵਪੁਰੀ ਨੂੰ ਜਾਂਦਾ ਪਿਆ ਅਤੇ ਸੰਸਾਰ ਵਿੱਚ ਤਾਂ ਬੜਾ ਗਰੀਬੜਾ ਜਿਹਾ ਸੀਗਾ, ਇਹਦੀ ਕੋਈ ਬਾਤ ਹੀ ਨਹੀਂ ਸੀ ਪੁੱਛਦਾ। ਅਤੇ ਹੁਣ ਜਿਹੜਾ ਜੰਮਪੁਰੀ ਨੂੰ ਜਾਂਦਾ ਪਿਆ, ਸੰਸਾਰ ਵਿੱਚ ਬੜਾ ਵੱਡਾ ਦੁਨੀਦਾਰ ਸੀਗਾ, ਬੜਾ ਪਛਤਾਵਾ ਲੱਗਦਾ। ਬੰਧਨ ਪਏ ਹੁੰਦੇ ਨੇ। ਸੋ ਉੱਥੇ ਵੀ ਖਲਾਸੀ ਨਹੀਂ ਹੁੰਦੀ, ਉੱਥੇ ਵੀ ਘੋਰ ਨਰਕਾਂ ਦੇ ਵਿੱਚ ਸਿੱਟੇ ਜਾਂਦੇ ਨੇ। ਸੋ ਜਿਹੜੇ ਗੁਰੂ ਨੂੰ ਮਿਲੇ ਨੇ, ਜੇ ਜਮਾਂ ਨੇ ਬੰਨ੍ਹ ਵੀ ਲਿਆ, ਦਰਗਾਹ ਵਿੱਚ ਖਲਾਸੀ ਹੋ ਗਈ, ਜਾਂ ਫਿਰ ਇੱਥੋਂ ਹੀ ਦੇਵਪੁਰੀ ਦਾ ਉਹਨਾਂ ਦਾ ਜਿਹੜਾ ਰੂਟ ਹੀ ਵੱਖਰਾ ਹੁੰਦਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸੋ ਅੱਗੇ ਕਿਰਪਾ ਕਰਦੇ ਨੇ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਸੋ ਜਦੋਂ ਉਹ ਆਪਣੀ ਕਿਰਪਾ ਕਰਦਾ ਅਤੇ ਰਾਰੇ ਨੂੰ ਹੁਸ਼ਿਆਰੀ ਦਾ ਮਤਲਬ ਜਦੋਂ ਕਿਰਪਾ ਕਰ ਦਿੰਦਾ। ਇਹ ਕਹਿੰਦਾ ਕਰ ਕਿਰਪਾ, ਕਿਰਪਾ ਮੰਗਣੀ, ਪਰ ਇੱਥੇ ਰਾਰੇ ਨੂੰ ਹੁਸ਼ਿਆਰੀ। ਉਹ ਜਦੋਂ ਆਪਣੀ ਕਿਰਪਾ ਕਰ ਦਿੰਦਾ ਫਿਰ ਕੀ ਹੁੰਦਾ? ਫਿਰ ਦਰਸ਼ਨਾਂ ਦੀ ਪਿਆਸ ਲੱਗਦੀ ਹੈ, ਉੱਦਾਂ ਨਹੀਂ ਦਰਸ਼ਨਾਂ ਦੀ ਪਿਆਸ ਲੱਗਦੀ। ਜਦੋਂ ਕਿਰਪਾ ਕਰ ਦਿੱਤੀ ਉਸਨੇ, ਫਿਰ ਦਰਸ਼ਨਾਂ ਦੀ ਪਿਆਸ ਲੱਗੀ। ਕਹਿੰਦੇ ਤੇਰੇ ਦਰਸ਼ਨ ਹੋਏ ਪਿਆਸ। ਦਰਸ਼ਨ ਕੀ ਹੈ? ਸੋਝੀ। ਗੁਰਬਾਣੀ ਪੜ੍ਹਨ ਵਾਸਤੇ ਮਨ ਵਿੱਚ ਸ਼ੌਂਕ ਪੈਦਾ ਹੁੰਦਾ, ਜਾਣਨ ਲਈ ਸ਼ੌਂਕ ਪੈਦਾ। ਉਹਨੂੰ ਕਹਿੰਦੇ ਪਿਆਸ ਲੱਗਣੀ ਵੀ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਜਦੋਂ ਦਰਸ਼ਨ ਹੋਏ ਭਾਵ ਗੁਰਬਾਣੀ ਦੀ ਸੋਝੀ ਪਈ, ਫਿਰ ਇੱਕ ਗੱਲ ਇਹਦੇ ਮਨ ਵਿੱਚ ਘਰ ਕਰ ਗਈ, ਭਾਈ ਰੱਬ ਹੀ ਰੱਬ ਹੈ, ਰੱਬ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ ਹੈ। ਅਤੇ ਫਿਰ ਹੁਣ ਜੇ ਅਰਦਾਸ ਕਰਨੀ ਤਾਂ ਫਿਰ ਰੱਬ ਅੱਗੇ ਕਰਨੀ। ਇੱਕ ਨਾਨਕ ਕੀ ਅਰਦਾਸ। ਅਰਦਾਸ ਕੀ ਹੁੰਦਾ? ਆਪਣਾ ਜਿਹੜਾ ਦੁੱਖ ਹੈ ਉਹ ਪੇਸ਼ ਕਰਨਾ ਹੁੰਦਾ। ਅਰਦਾਸ ਹੁੰਦੀ ਆਪਣੀ ਅਰਜ਼ੋਈ ਪੇਸ਼ ਕਰਨੀ, ਸਾਹਮਣੇ ਦੱਸਣੀ ਹੈ ਵੀ ਆਹ ਮੇਰੀ ਅਰਜ਼ੋਈ ਆ, ਆਹ ਮੇਰਾ ਦੁੱਖ ਆ, ਮੇਰੀ ਤਕਲੀਫ ਹੈ। ਸੋ ਸਾਡਾ ਸਿਸਟਮ ਸੋ ਐਸੀ ਭੇਡ ਚਾਲ ਬਣੀ ਹੋਈ ਹੈ, ਜਦੋਂ ਅਸੀਂ ਸੁੱਖਣਾ ਵਿੱਚ ਆਉਂਦੇ ਨਾ ਅਤੇ ਉਹ ਕੰਮ ਬੜਾ ਉਲਟ ਜਿਹਾ ਹੋ ਜਾਂਦਾ। ਵੀ ਆਹ ਇੱਦਾਂ ਕਰਦੇ, ਮੈਂ ਇੱਦਾਂ ਕਰ ਦੂੰਗਾ। ਭਾਈ ਤੇਰੇ ਪੱਲੇ ਕੁਝ ਨਹੀਂ, ਤੂੰ ਦੇ ਕੀ ਦੱਸਦਾ? ਤੂੰ ਖੁਦ ਮੰਗਤਾ ਬਣ ਕੇ ਮਹਾਰਾਜ ਨਾਲ ਬੇਨਤੀ ਕਰਦਾ ਮੈਨੂੰ ਆਹ, ਅਤੇ ਫਿਰ ਤੂੰ ਨਾਲੇ ਦੇਣ ਦੀ ਗੱਲ ਕਰਦਾ ਪਿਆ, ਹੈ ਨਾ। ਮੰਗਤਾ ਕੀ ਦੇ ਸਕਦਾ? ਮੰਗਤਾ ਕੁਝ ਨਹੀਂ ਦੇ ਸਕਦਾ। ਸੋ ਅਰਦਾਸ ਤਾਂ ਇਹ ਹੁੰਦੀ ਵੀ ਆਪਣਾ ਦੁੱਖ ਪੇਸ਼ ਕਰਨਾ, ਬਸ। ਸੋ ਇਹ ਜਿਹਨੂੰ ਅਰਦਾਸ ਕਰਨੀ ਆ ਗਈ, ਜਿਹਨੂੰ ਸੋਝੀ ਪਈ ਉਹਨੂੰ ਅਰਦਾਸ ਕਰਨੀ ਆਉਂਦੀ ਹੈ। ਜਿਹਨੂੰ ਗੁਰਬਾਣੀ ਦੀ ਸੋਝੀ ਪਈ ਉਹਨੂੰ ਅਰਦਾਸ ਕਰਨੀ ਆਉਂਦੀ ਕਿ ਨਾਨਕ ਕੀ ਅਰਦਾਸ। ਜਿਹਨੂੰ ਸੋਝੀ ਹੀ ਨਹੀਂ ਪਈ ਉਹਨੂੰ ਅਰਦਾਸ ਕਰਨੀ ਵੀ ਨਹੀਂ ਆਉਂਦੀ, ਉਹਨੂੰ ਮੰਗਣਾ ਵੀ ਨਹੀਂ ਆਉਂਦਾ ਕਿ ਕਿਵੇਂ ਮੰਗਣਾ, ਕੀ ਮੰਗਣਾ। ਕਹਿੰਦੇ ਉਹਨੇ ਕਿਰਪਾ ਕੀਤੀ ਅਤੇ ਫਿਰ ਪਤਾ ਲੱਗਾ ਗੁਰਬਾਣੀ ਦੁਆਰਾ ਵੀ ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ,
ਵੀ ਤੇਰੇ ਤੋਂ ਬਿਨਾਂ ਹੈ ਨਹੀਂ ਕੋਈ, ਤੇ ਫਿਰ ਅਰਦਾਸ ਤੇਰੇ ਅੱਗੇ ਕਰਨੀ। ਜੇ ਤੇਰੇ ਤੋਂ ਬਿਨਾਂ ਕਿਸੇ ਦਾ ਵਜੂਦ ਹੀ ਨਹੀਂ ਹੈ ਤੇ ਮੰਗਣਾ ਵੀ ਹੋਰ ਕੀ ਹੈ? ਫਿਰ ਤੈਨੂੰ ਹੀ ਮੰਗਣਾ। ਜਦ ਸਭ ਕੁਝ ਹੀ ਨਾਸ਼ਵੰਤ ਹੈ, ਫਿਰ ਮੈਂ ਲੈ ਕੇ ਵੀ ਕੀ ਕਰਨਾ? ਫਿਰ ਨਾਨਕ ਕੀ ਅਰਦਾਸ? ਤੇਰੇ ਅੱਗੇ ਅਰਦਾਸ ਵੀ ਤੂੰ ਹੀ ਚਾਹੀਦਾ ਮੈਨੂੰ। ਆਸਾੜ ਸੁਹੰਦਾ ਤਿਸ ਲੱਗਾ, ਜਿਸ ਮਨ ਹਰ ਚਰਨ ਨਿਵਾਸ। ਇੱਥੇ ਆਸਾੜ ਹਾੜ ਦਾ ਮਹੀਨਾ ਕਹਿ ਦਿੱਤਾ। ਪਹਿਲੋਂ ਅਸਾੜ ਦਾ ਅਰਥ ਪਹਿਲੇ ਸ਼ਬਦਾਂ 'ਚ ਆਇਆ ਸੀ ਵੀ ਆਸਾ ਕਰਨੀ ਮਾਇਆ ਦੀ, ਉਹਨੂੰ ਕਿਹਾ ਅਸਾੜ, ਤਪੰਦਾ ਲੱਗਦਾ। ਹੁਣ ਇੱਥੇ ਆਸਾੜ ਮਹੀਨੇ ਦੀ ਗੱਲ ਕਰਤੀ। ਭਾਈ ਹਾੜ ਦੀ ਮਹੀਨੇ ਦੀ ਜੋ ਸੰਗਰਾਂਦ ਤੁਸੀਂ ਮਨਾ ਰਹੇ ਹੋ, ਸੱਚੇ ਪਾਤਸ਼ਾਹ ਕਹਿੰਦੇ ਇਹ ਮਹੀਨਾ ਤਦੇ ਤੁਹਾਡੇ ਲਈ ਸੋਭਨੀਕ ਹੋਵੇਗਾ ਜੇ ਤੁਹਾਡੇ ਮਨਾਂ ਦੇ ਵਿੱਚ ਹਰੀ ਦੇ ਚਰਨਾਂ ਦਾ ਵਾਸਾ ਹੋਵੇਗਾ। ਹਰੀ ਦੇ ਚਰਨ ਕੀ ਹੈ? ਗੁਰਬਾਣੀ, ਸ਼ਬਦ। ਜਦੋਂ ਸ਼ਬਦ ਦਾ ਵਾਸਾ ਹੋਵੇਗਾ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਨ ਪਨੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਬਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਓਂਕਾਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋਖੇ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਭਾਵੇ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨੈ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਾਲਾ ਜਿਤ ਕਰ ਧਾਰੀਆ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ, ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਭਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕੈ ਅਰਦਾਸ, ਜੀਉ ਪਿੰਡ ਵਸਾ ਤੇਰੀ ਰਾਸ। ਮਾਤ ਪਿਤਾ ਮਾਲਕ ਤੇਰੇ, ਤੁਮਰਾ ਅੰਤ ਪੁੱਛੇ ਤੇ ਉਚਾਰੰਤ। ਸਗਲ ਸਮਗਰੀ ਤੁਮਰਾ ਸੂਤਰਧਾਰੀ, ਤੁਮ ਤੇ ਹੋਏ ਸਵਾਧਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਬੋਲੋ ਜੀ ਵਾਹਿਗੁਰੂ। ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਭਾਰਤ ਭਗਵਤੀ ਸਿਮਰ ਕੈ ਗੁਰਨਾਮ ਨਹੀਂ ਧਿਆਏ। ਪ੍ਰਗਟ ਸੁਰਤੇ ਅਨੁਦਾਸ ਰਾਮਦਾਸ ਹਰ ਜਨ ਹਰ ਗੁਰਦਨ ਸਿਮਰੋ। ਤੇਗ ਬਹਾਦਰ ਸਿਮਰਿਆ ਕਰੋ ਧਾਏ ਸਤਾਏ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਾਈ ਗੁਰਦੁਆਰਾ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦਰਸ਼ਨ ਦੀਦਾਰੇ ਦਾ ਧਿਆਨ। ਖਾਲਸਾ ਜੀ ਬੋਲੋ ਜੀ।
ਵਾਹਿਗੁਰੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੇ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ, ਪ੍ਰਗਟ ਗ੍ਰਹਿ ਕੀ ਦੇ, ਸੋਝ ਸ਼ਬਦ ਮੇਲੇ, ਬਾਕੀ ਰਹੇ ਨਾ ਕੋਈ, ਵਜੇ ਸ਼ਰਨ ਜੋ ਸੋਏ, ਚੜੇ ਸੋ ਤਰੇ ਪਾਰ, ਗੁਰੂ ਪਾਰ ਉਤਾਰਨ ਹਾਰ, ਕਲਗੀ ਸੋਏ ਸੀਸ, ਗੁਰੂ ਕਲਗੀ ਧਾਰ ਜਗਦੀਸ਼। ਸੋ ਸ੍ਰੀ ਅਕਾਲ। ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਦਲ ਭੰਜਨ ਗੁਰ ਸੂਰਮਾ, ਵੜ ਜੋਦਾ ਬਹੁ ਪਰਉਪਕਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਵਾਰੂ ਵਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿਤਾ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਈ। ਦਰਸ਼ਨ ਪ੍ਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੋਰਠ ਮਹੱਲਾ ਪੰਜਵਾਂ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਨਿਆ। ਰਹਾਉ ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰਹਿ ਪ੍ਰਤਿਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰਹਿ ਪ੍ਰਤਿਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਆਸਾੜਤ ਪੰਦਾ ਤਿਸ ਲੱਗੈ, ਹਰ ਨਾਹ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਐ ਭਾਏ ਵਿਗੁਚੀਐ, ਗਲ ਪਈ ਸੋ ਜਮ ਕੀ ਫਾਸ। ਜੇਹਾ ਬੀਜੈ ਸੋ ਲੁਣੈ, ਮਥੈ ਜੋ ਲਿਖਿਆਸ। ਰੈਣ ਵਿਹਾਣੀ ਪਛੁਤਾਣੀ, ਉਠ ਚਲੀ ਗਈ ਨਿਰਾਸ। ਜਿਨ ਕਉ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸੋ ਧੰਨ ਧੰਨ ਮਾਤਾ ਖੀਵੀ ਜੀ ਸੇਵਕ ਜਥਾ, ਤਿਨਾਂ ਵੱਲੋਂ ਸੋ ਜੋ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚਲਾਏ ਜਾ ਰਹੇ ਨੇ। ਗੈਲਰੀ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਸੋ ਅੱਜ ਭੋਗ ਪੈਣੇ ਨੇ। 9:30 ਵਜੇ ਭੋਗ ਦੇ ਸਲੋਕ ਆਰੰਭ ਹੋਣੇ ਨੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜਿੰਨੀਆਂ ਵੀ ਸੰਗਤਾਂ YouTube ਦੇ ਉੱਤੇ ਸੁਣ ਰਹੀਆਂ ਨੇ, ਜ਼ਰੂਰ ਗੁਰੂ ਘਰ ਵਿੱਚ ਆਓ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸੋ ਭੋਗ ਉਪਰੰਤ ਸੋ ਕਥਾ ਕੀਰਤਨ ਹੋਣਗੇ, ਅਰਦਾਸ ਹੋਵੇਗੀ, ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸੋ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।